आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਆਦਿਕ ਬਹੁ ਬਾਕ ਬਿਲਾਸ ਕਰਤ ਰਹੇ ਵਿਦਿਆ ਅਭਿਆਸ। ਘਰੀ ਦੋਏ ਬੈਠਿਓ ਪੁਨ ਗਇਓ ਗੁਰ ਕੇ ਪਾਠਿਆ ਦੇਖਤ ਭਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ ਔਰ ਆਪ ਜੀ ਨੇ ਗੁਰੂ ਕੀ ਬਾਣੀ ਦੇ ਸੋਦਾ ਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਆਪਣੀਆਂ ਮਨ ਬਿਰਤੀਆਂ ਨੂੰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਪਾਤਸ਼ਾਹ ਦੇ ਚਰਨਾਂ 'ਚ ਇਕਾਗਰ ਕਰੀਏ। ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਾਲਵੇ ਦੀ ਧਰਤੀ ਤੇ ਪਿੰਡ ਰੂਪੇ 'ਚ ਆ ਵਿਰਾਜੇ ਹਨ। ਡਰੌਲੀ ਤੋਂ ਚੱਲ ਕੇ ਰੂਪੇ ਭਾਈ ਰੂਪ ਚੰਦ ਕੋਲ ਪਹੁੰਚੇ। ਬੜਾ ਪਿਆਰ ਸ਼ਰਧਾ ਇਸ ਪਰਿਵਾਰ ਨੇ ਜਤਾਈ, ਸੇਵਾ ਬੜੇ ਪ੍ਰੇਮ ਨਾਲ ਕੀਤੀ ਹੈ। ਭਾਈ ਸਾਧੂ ਜੀ, ਭਾਈ ਰੂਪਾ ਜੀ ਅਤੇ ਇਲਾਕੇ ਦੀਆਂ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋਈਆਂ। ਨੇੜੇ ਹੀ ਦੀਨਾ ਕਾਂਗੜਪੁਰ ਦਾ ਰਾਜਾ ਜੋਧ ਸ਼ਾਹ ਆਪਣੀ ਪਤਨੀ ਦੀ ਸਤਸੰਗ ਕਰਕੇ, ਉਹਨਾਂ ਦੀ ਪ੍ਰੇਰਣਾ ਕਰਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਇਆ ਹੈ ਔਰ ਗੁਰੂ ਸਾਹਿਬ ਨਾਲ ਬਹੁਤ ਸਾਰੇ ਪ੍ਰੇਮ ਭਾਵਨਾ ਦੇ ਬਚਨ ਵਿਲਾਸ ਕੀਤੇ। ਗੁਰੂ ਘਰ ਦਾ ਪ੍ਰੇਮੀ ਬਣ ਗਿਆ। ਬੜੀ ਕਿਰਪਾ ਗੁਰੂ ਸਾਹਿਬ ਨੇ ਕੀਤੀ ਇਹਦੇ ਉੱਤੇ। ਪਹਿਲੀ ਮੁਲਾਕਾਤ ਵਿੱਚ ਹੀ ਮਨ ਮੋਹਿਆ ਗਿਆ। ਗੁਰੂ ਸਾਹਿਬ ਦੇ ਨਾਲ ਧਰਮ ਯੁੱਧ ਦੇ, ਜੰਗ ਯੁੱਧ ਦੇ ਬਚਨ ਵੀ ਕਰਦਾ ਰਿਹਾ ਔਰ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਉਹਨੂੰ ਮਨ ਨੂੰ ਸ਼ਾਂਤੀ, ਸਕੂਨ ਵੀ ਬਹੁਤ ਮਿਲਿਆ। ਸਤਿਗੁਰੂ ਜੀ ਉਹਦੇ ਨਾਲ ਬਚਨ ਵਿਲਾਸ ਕਰ ਰਹੇ ਨੇ। ਆਓ ਇਹ ਕਥਾ ਅੱਗੇ ਸਰਵਣ ਕਰੀਏ। ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਆਦਿਕ ਬਹੁ ਬਾਕ ਬਿਲਾਸ। ਇਸ ਪ੍ਰਕਾਰ ਜੰਗਾਂ ਯੁੱਧਾਂ ਦੇ, ਸ਼ਸਤਰ ਵਿਦਿਆ ਦੇ, ਸ਼ਿਕਾਰ ਖੇਡਣ ਦੇ, ਫੌਜਾਂ ਰੱਖਣ ਦੇ, ਘੋੜੇ ਪਾਲਣ ਦੇ, ਇਸ ਤਰ੍ਹਾਂ ਦੇ ਬਚਨ ਗੁਰੂ ਸਾਹਿਬ ਦੇ ਨਾਲ ਜੋਧ ਰਾਏ ਕਰਦਾ ਰਿਹਾ। ਕਰਤ ਰਹੇ ਵਿਦਿਆ ਅਭਿਆਸ। ਔਰ ਵਿਦਿਆ ਦੇ ਅਭਿਆਸ ਬਾਰੇ ਵੀ ਬਹੁਤ ਸਾਰੇ ਬਚਨ ਕਰਦੇ ਰਹੇ ਸਤਿਗੁਰੂ ਜੀ। ਸ਼ਸਤਰ ਵਿਦਿਆ ਦੇ ਖਾਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਧ ਰਾਏ ਵੀ ਗੁਰੂ ਸਾਹਿਬ ਦੇ ਇਹੋ ਜਿਹੇ ਬਚਨ ਸੁਣ ਕੇ ਖੁਸ਼ ਹੁੰਦਾ ਹੈ। ਘਰੀ ਦੋਏ ਬੈਠਿਓ ਪੁਨ ਗਇਓ। ਜੋਧ ਸ਼ਾਹ ਗੁਰੂ ਸਾਹਿਬ ਕੋਲ 2 ਘੜੀਆਂ ਬੈਠਾ, ਬਚਨ ਵਿਲਾਸ ਹੋਏ, ਫਿਰ ਆਗਿਆ ਲੈ ਕੇ ਉੱਠਿਆ ਹੈ। ਗੁਰ ਕੇ ਪਾਠਿਆ ਦੇਖਤ ਭਇਓ। ਗੁਰੂ ਦੀ ਫੌਜ ਵਿੱਚ ਗਿਆ। ਗੁਰੂ ਦੀ ਛਾਉਣੀ ਵੇਖੀ ਹੈ, ਸਿੰਘਾਂ ਦੇ ਸ਼ਸਤਰ ਬਸਤਰ ਵੇਖੇ, ਘੋੜੇ ਵੇਖੇ ਹਨ ਤੇ ਗੁਰੂ ਦੀ ਫੌਜ ਦੇ ਜਵਾਨ ਵੀ ਦੇਖੇ ਹਨ। ਇੱਕ ਤੋਂ ਇੱਕ ਚੜ੍ਹਦੇ ਯੋਧੇ, ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਜੇਠੇ ਵਰਗੇ ਸੂਰਮੇ ਵੇਖੇ ਹਨ। ਲੜਨ ਉਚਿਤ ਆਛੇ ਸਭ ਹੇਰੇ। ਸਾਰੇ ਗੱਭਰੂ 6-6 ਫੁੱਟੇ ਜਵਾਨ ਹਨ। ਸਾਰੇ ਚੌੜੀਆਂ ਛਾਤੀਆਂ, ਲੰਮੀਆਂ ਬਾਹਾਂ ਅਤੇ ਬੜੇ ਕਮਾਏ ਹੋਏ ਜੁੱਸੇ ਸਿੰਘਾਂ ਦੇ। ਜੰਗ ਦੇ ਮੈਦਾਨ ਵਿੱਚ ਵੈਰੀ ਦੇ ਦੰਦ ਖੱਟੇ ਕਰ ਦੇਣ ਇਹੋ ਜਿਹੇ ਸੂਰਮਿਆਂ ਦੇ ਸਰੀਰ ਤੇ ਘੋੜੇ ਵੀ ਚੰਗੇ ਲੜਨ ਵਾਸਤੇ। ਜਿੱਥੇ ਜਵਾਨ ਗੁਰੂ ਨੇ ਚੰਗੇ ਭਰਤੀ ਕੀਤੇ ਆਪਣੀ ਫੌਜ ਵਿੱਚ, ਉੱਥੇ ਘੋੜੇ ਵੀ ਇੱਕ ਤੋਂ ਇੱਕ ਚੜ੍ਹਦੇ ਸੱਚੇ ਪਾਤਸ਼ਾਹ ਦੇ ਪਰ ਆਪਣੀ ਫੌਜ 'ਚ ਭਰਤੀ ਕੀਤੇ ਹੈ। ਭਇਓ ਆਨੰਦ ਜੋਧ ਤਿਸ ਬੇਰੇ। ਭਾਈ ਜੋਧ ਰਾਏ ਗੁਰੂ ਸਾਹਿਬ ਦੀਆਂ ਫੌਜਾਂ, ਗੁਰੂ ਸਾਹਿਬ ਦੇ ਸ਼ਸਤਰ ਬਸਤਰ, ਘੋੜੇ, ਹਾਥੀ ਵੇਖ ਕੇ ਬੜਾ ਹੀ ਖੁਸ਼ ਹੋਇਆ। ਸੋਚਣ ਲੱਗਾ ਵੀ ਇਹੋ ਜਿਹੀ ਫੌਜ ਤਾਂ ਮੈਂ ਕਿਤੇ ਵੇਖੀ ਨਹੀਂ, ਕਿਉਂਕਿ ਗੁਰੂ ਕੇ ਸਿੱਖ ਜਿਹੜੇ ਸਨ ਉਹ ਸਰੀਰਕ ਤੌਰ 'ਤੇ ਵੀ ਤਗੜੇ ਤੇ ਮਾਨਸਿਕ ਤੌਰ 'ਤੇ ਵੀ ਤਗੜੇ ਸਨ। ਫੌਜਾਂ ਤੇ ਦੂਜਿਆਂ ਦੀਆਂ ਵੀ ਹੁੰਦੀਆਂ ਸਰਕਾਰੀ, ਸਰੀਰਕ ਤੌਰ 'ਤੇ ਤਾਂ ਤਗੜੇ ਹੁੰਦੇ ਆ ਪਰ ਅੰਦਰ ਕੋਈ ਰੂਹਾਨੀਅਤ ਨਹੀਂ ਹੁੰਦੀ, ਕੋਈ ਭਗਤੀ ਦਾ, ਸਿਮਰਨ ਦਾ ਅੰਸ਼ ਨਹੀਂ ਹੁੰਦਾ। ਗੁਰੂ ਦੀ ਫੌਜ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਬਾਣੀ ਵੀ ਪੜ੍ਹਦੀ, ਨਾਮ ਵੀ ਜਪਦੀ ਤੇ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਦੀ। ਇਹੋ ਜਿਹਾ ਜਾਹੋ ਜਲਾਲ ਵੇਖਿਆ ਜੋਧ ਸ਼ਾਹ ਨੇ। ਨਿਜ ਡੇਰੇ ਮਹਿ ਪਹੁੰਚਿਓ ਜਾਈ। ਫਿਰ ਆਪਣੇ ਡੇਰੇ ਜਿੱਥੇ ਉਹਦੀ ਛਾਉਣੀ ਪਾਈ ਸੀ ਆ ਕੇ 1000 ਫੌਜਾਂ ਸਮੇਤ ਆਇਆ ਸੀ। ਵਾਪਸ ਆਪਣੀ ਛਾਉਣੀ 'ਚ ਚਲਾ ਗਿਆ। ਲੱਗੀ ਲਗਨ ਗੁਰ ਕੀ ਸੁਖਦਾਈ। ਤੇ ਗੁਰੂ ਦੀ ਲਗਨ ਲੱਗ ਗਈ ਜੋਧ ਸ਼ਾਹ ਨੂੰ। ਪਹਿਲੇ ਦਰਸ਼ਨਾਂ ਵਿੱਚ ਹੀ ਮਨ ਮੋਹਿਆ ਗਿਆ, ਗੁਰੂ ਦਾ ਹੀ ਬਣ ਗਿਆ। ਹਰ
ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਗੁਰੂ ਸਾਹਿਬ ਦੇ ਐਸੇ ਬਚਨ ਤੀਰ ਉਹਦੇ ਖੁੱਬੇ ਹਿਰਦੇ ਵਿੱਚ ਵੀ ਗੁਰੂ ਸਾਹਿਬ ਦਾ ਪੱਕਾ ਹੀ ਪ੍ਰੇਮੀ ਬਣ ਗਿਆ। ਸਮਾਂ ਇਕਾਂਤ ਪਾਏ ਤਿਸ ਦਾਰਾ। ਉਹਦੀ ਪਤਨੀ ਬੜੀ ਭਾਗਾਂ ਵਾਲੀ ਸੀ, ਸਿੱਖਾਂ ਦੀ ਬੇਟੀ ਸੀ। ਜਦੋਂ ਸਮਾਂ ਉਹਨੇ ਵੇਖਿਆ ਇਕਾਂਤ ਦਾ, ਆਨ ਗੁਰੂ ਕੋ ਦਰਸ ਨਿਹਾਰਾ। ਉਹਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ। ਕਾਂਗੜ ਦੀ ਰਾਣੀ, ਜੋਧ ਸ਼ਾਹ ਦੀ ਪਤਨੀ, ਗੁਰੂ ਕੇ ਸਿੱਖਾਂ ਦੀ ਬੇਟੀ, ਆਪਣੇ ਪਾਤਸ਼ਾਹ ਛੇਵੇਂ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰ ਹੋਈ ਹੈ। ਮੈਂ ਤੁਮਰੇ ਸਿੱਖ ਕੀ ਹਉ ਤਨਿਆ। ਤੇ ਮੱਥਾ ਟੇਕ ਕੇ ਸਤਿਗੁਰਾਂ ਕੋਲ ਬੈਠ ਗਈ। ਕਹਿਣ ਲੱਗੀ, ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਸਿੱਖ ਦੀ ਬੇਟੀ ਹਾਂ। ਮੇਰਾ ਪਿਤਾ ਗੁਰੂ ਕਾ ਸਿੱਖ ਸੀ। ਉਹਦੇ ਨਾਲ ਮੈਂ ਛੋਟੀ ਉਮਰ ਵਿੱਚ ਕਈ ਵਾਰੀ ਆਪ ਜੀ ਦੇ ਦਰਸ਼ਨ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਦੇ, ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਕੇ ਆਈ ਹਾਂ। ਗੁਰੂ ਮਹਾਤਮ ਦੀਰਘ ਸੁਨਿਆ। ਗੁਰੂ ਜੀ, ਗੁਰੂ ਦੀ ਬਾਣੀ ਸੁਣਦੀ ਹਾਂ। ਗੁਰੂ ਘਰ ਦੀ ਬੜੀ ਮਹਿਮਾ ਸੁਣੀ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਵਰਗੇ ਮਹਾਂਪੁਰਸ਼ ਸਤਿਗੁਰੂ ਦੁਨੀਆ ਤੇ ਹੋਰ ਕਿਤੇ ਲੱਭਣੇ ਨਹੀਂ। ਇਹ ਜਾਣ ਕੇ ਮੇਰੇ ਪਿਤਾ ਨੇ ਮੈਨੂੰ ਸਿੱਖੀ ਦੀ ਗੁੜਤੀ ਦਿੱਤੀ ਤੇ ਮੇਰੇ ਰੋਮ ਰੋਮ ਵਿੱਚ ਸਤਿਗੁਰਾਂ ਦਾ ਪਿਆਰ, ਸਤਿਗੁਰਾਂ ਦੀ ਸ਼ਰਧਾ ਵਸੀ ਹੋਈ ਹੈ। ਮਨ ਬਾਂਛਤ ਹੀ ਕੇਤਕ ਬਾਰ। ਮੇਰੇ ਪਿਤਾ ਜੀ ਨੇ ਕਈ ਵਾਰੀ ਮੈਨੂੰ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਾਏ ਹੈ। ਮਨ ਵਿੱਚ ਇੱਛਾ ਹੁੰਦੀ ਸੀ ਹਰ ਸਾਲ ਜਾਈਏ, ਗੁਰੂ ਮਹਾਰਾਜ ਦੇ ਦਰਸ਼ਨ ਕਰੀਏ। ਮਮ ਪਿਤ ਪਾਇਆ ਗੁਰ ਦਰਬਾਰ। ਮੇਰੇ ਪਿਤਾ ਜੀ ਕਈ ਵਾਰ ਸਾਲ ਵਿੱਚ 2 ਵਾਰੀ ਵੀ ਜਾ ਆਉਂਦੇ ਸਨ। ਉਹਨਾਂ ਦੀ ਬੜੀ ਸ਼ਰਧਾ ਸੀ ਆਪ ਜੀ ਉੱਤੇ। ਰਾਵਰ ਪਿਤਾ ਨਿਕਟ ਸੋ ਜਾਏ। ਤੁਹਾਡੇ ਪਿਤਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ 5ਵੇਂ ਪਾਤਸ਼ਾਹ ਦੇ ਸਮੇਂ ਮੇਰੇ ਪਿਤਾ ਜੀ ਸਿੱਖ ਬਣੇ ਸਨ। ਚਰਨ ਕਾਲ ਕੇ ਸਿੱਖ ਸੁਖ ਪਾਏ। ਸੋ ਬੜੇ ਸਮਿਆਂ ਤੋਂ, ਬਹੁਤ ਲੰਮੇ ਸਮੇਂ ਤੋਂ ਅਸੀਂ ਸਿੱਖ ਹਾਂ ਗੁਰੂ ਘਰ ਦੇ। ਗੁਰੂ ਨਾਨਕ ਨੂੰ ਛੱਡ ਕੇ ਅਸੀਂ ਹੋਰ ਕਿੱਧਰ ਨਹੀਂ ਭਟਕਦੇ। ਬਸ ਗੁਰੂ ਅਰਜਨ ਦੇਵ ਜੀ ਮਹਾਰਾਜ 5ਵੇਂ ਪਾਤਸ਼ਾਹ ਤੋਂ ਮੇਰੇ ਪਿਤਾ ਨੇ ਸਿੱਖੀ ਧਾਰਨ ਕੀਤੀ। ਫਿਰ ਮੇਰਾ ਜਨਮ ਹੋਇਆ। ਜਦੋਂ ਮੈਂ ਹੋਸ਼ ਸੰਭਾਲੀ ਤੇ ਆਪ ਜੀ ਗੁਰਤਾ ਗੱਦੀ ਤੇ ਬੈਠੇ ਤੇ ਮੈਂ ਆਪ ਜੀ ਦੇ ਵੀ ਦਰਸ਼ਨ ਕਰਨ ਆਪਣੇ ਪਿਤਾ ਦੇ ਨਾਲ ਨਿੱਕੀ ਉਮਰ ਜਾਂਦੀ ਰਹੀ ਹਾਂ। ਨਹਿ ਸਸਰਾਰ ਹੋਤੇ ਸਿੱਖ ਗੁਰ ਕੇ। ਪਰ ਮੇਰਾ ਸਹੁਰਾ ਪਰਿਵਾਰ ਜਿਹੜਾ ਸੀ ਨਾ, ਇਹ ਗੁਰੂ ਕੇ ਸਿੱਖ ਨਹੀਂ ਸੀਗੇ। ਪੇਕੇ ਮੇਰੇ ਸਿੱਖ ਸੀ, ਸਹੁਰੇ ਸਿੱਖ ਨਹੀਂ ਸਨ। ਹਾਂਜੀ, ਬਾਰ ਬਾਰ ਗੁਰ ਗੁਣ ਕਹਿ ਕਰਕੇ। ਮੈਂ ਇਹਨਾਂ ਨੂੰ ਬਾਰ-ਬਾਰ ਗੁਰੂ ਦੀ ਬਾਣੀ ਸੁਣਾਉਂਦੀ ਰਹੀ, ਗੁਰੂ ਘਰ ਦੀ ਮਹਿਮਾ ਬਾਰੇ ਦੱਸਦੀ ਰਹੀ। ਸਾਧ ਸੰਗਤ ਜੀ, ਗੁਰੂ ਕੇ ਸਿੱਖ ਦੀ ਬੱਚੀ ਜਿੱਥੇ ਵੀ ਜਾਏਗੀ ਨਾ, ਸਾਰਾ ਪਰਿਵਾਰ ਹੀ ਸਿੱਖ ਬਣਾ ਸਕਦੀ ਹੈ। ਇਸ ਕਰਕੇ ਬੱਚੀਆਂ ਨੂੰ ਰਹਿਤ ਬਹਿਤ ਵਿੱਚ ਬਾਣੀ 'ਚ ਪਰਪੱਕ ਕਰਨਾ ਚਾਹੀਦਾ। ਸਿੱਖੀ ਦਾ ਪ੍ਰਚਾਰ ਪ੍ਰਚਾਰਕਾਂ ਨੇ ਸਟੇਜਾਂ ਤੋਂ ਨਹੀਂ ਕਰਨਾ। ਸਿੱਖੀ ਦਾ ਪ੍ਰਚਾਰ ਘਰਾਂ ਵਿੱਚ ਗੁਰੂ ਕੇ ਸਿੱਖਾਂ ਨੇ, ਮਾਤਾ ਪਿਤਾ ਨੇ ਕਰਨਾ। ਜੋ ਬੱਚਿਆਂ ਨੂੰ ਤੁਸੀਂ ਸਿੱਖਿਆ ਦਿਓਗੇ, ਬਾਣੀ ਪੜ੍ਹਾਓਗੇ, ਨਾਮ ਜਪਾਓਗੇ, ਅੰਮ੍ਰਿਤ ਵੇਲੇ ਉੱਠਣਗੇ, ਉਹ ਆਪੇ ਸਿੱਖ ਬਣ ਜਾਣਗੇ। ਸੋ ਇਸ ਪ੍ਰਕਾਰ ਉਹ ਬੱਚੀ ਕਹਿੰਦੀ ਹੈ ਵੀ ਮੈਂ ਆਪਣੇ ਸਹੁਰਿਆਂ ਨੂੰ ਸਿੱਖੀ ਬਾਰੇ ਦੱਸਦੀ ਰਹੀ ਹਾਂ। ਬਾਰ-ਬਾਰ ਗੁਰੂ ਦੇ ਗੁਣ ਕਹਿ ਕਹਿ ਕੇ, ਗੁਰੂ ਦੀ ਮਹਿਮਾ ਦੱਸ ਕੇ ਲਿਆਂਦਾ ਹੈ। ਆਨ ਆਪ ਕੇ ਪਗ ਦਰਸਾਏ। ਆ ਕੇ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਸਾਹਿਬ ਜੀ, ਮੇਰੇ ਪਤੀ ਨੇ ਅੱਜ ਮੱਥਾ ਟੇਕਿਆ, ਮੇਰੀ ਘਾਲਣਾ ਸਫਲ ਹੋ ਗਈ। ਅੱਜ ਪਹਿਲੀ ਵਾਰ ਮੇਰਾ ਪਤੀ ਤੁਹਾਡੇ ਦਰਸ਼ਨਾਂ ਲਈ ਆਇਆ, ਪਰ ਤੁਹਾਡੇ ਦਰਸ਼ਨ ਕਰਕੇ ਖੁਸ਼ ਬਹੁਤ ਹੋਏ ਨੇ। ਹਾਂਜੀ, ਕਰੋ ਸਿੱਖ ਅਬ ਇਹ ਸਮਝਾਏ। ਹੁਣ ਤੁਸੀਂ ਇਹ ਤੇ ਕਿਰਪਾ ਕਰੋ, ਇਹਨੂੰ ਸਿੱਖ ਬਣਾ ਲਓ ਆਪਣਾ। ਇਹਨੂੰ ਇੱਧਰ ਉੱਧਰ ਨਾ ਭਟਕਣ ਦਿਓ, ਇਹ ਤੇ ਕਿਰਪਾ ਕਰ ਦਿਓ, ਮਿਹਰ ਕਰ ਦਿਓ ਸੱਚੇ ਪਾਤਸ਼ਾਹ ਜੀ। ਸੁਨ ਸਤਿਗੁਰੂ ਖੁਸ਼ੀ ਬਹੁ ਕਰਕੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਉਸ ਬੀਬੀ ਦੇ ਬਚਨ ਸੁਣੇ ਅਤੇ ਬੜੀ ਕਿਰਪਾ ਬਖਸ਼ਿਸ਼ ਕੀਤੀ ਹੈ। ਦੀਨਸ ਬਰ ਬਚ ਮ੍ਰਿਦੁਲ ਉਚਰਕਾ। ਔਰ ਵਰ ਦਿੱਤੇ ਆਪਣੀ ਰਸਨਾ ਤੋਂ। ਮਹਾਰਾਜ ਨੇ ਆਖਿਆ, ਬੱਚੀ, ਗੁਰੂ ਨਾਨਕ ਦਾ ਤੁਹਾਡੇ ਤੇ ਸਦਾ ਹੀ ਹੱਥ ਬਣਿਆ ਰਹੇਗਾ ਤੇ ਤੇਰਾ ਪਤੀ ਹੁਣ ਸਾਡਾ ਸਿੱਖ ਬਣ ਜਾਏਗਾ। ਤੋ ਇਹ ਬੰਸ ਬੜ ਸਿੱਖੀ ਪਾਵੈ। ਤੇਰੇ ਬੰਸ ਵਿੱਚ ਵੀ ਸਿੱਖ ਹੋਣਗੇ। ਤੇਰੇ ਪੁੱਤਰ ਪੋਤਰੇ, ਗਾਂ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਹਨ, ਪੀੜ੍ਹੀਆਂ ਹਨ, ਉਹ ਤੇਰੇ ਬੱਚੇ ਪੋਤੇ ਪੜੋਤੇ ਗੁਰੂ ਦੇ ਸਿੱਖ ਹੋਣਗੇ। ਅਦਹ ਜਗਤ ਮਹਿ ਬਹੁ ਵਿਦਤਾਵੈ। ਔਰ ਬੜੇ ਪ੍ਰਗਟ ਹੋਣਗੇ, ਮਸ਼ਹੂਰ ਵੀ ਬੜੇ ਹੋਣਗੇ। ਸਿੱਖ ਬਣਨਗੇ ਤੇਰੇ ਪੋਤਰੇ। ਦਸਮ ਰੂਪ ਮੇਰੋ ਜਬ ਹੋਏ। ਜਦੋਂ ਅਸੀਂ 10ਵਾਂ ਜਾਮਾ ਧਾਰਨ ਕਰਕੇ
ਸ੍ਰੀ ਗੁਰੂ ਗੋਬਿੰਦ ਸਿੰਘ ਦੇ ਰੂਪ 'ਚ ਆਵਾਂਗੇ, ਤੁਬ ਪਰ ਪੁੱਤਰੇ ਗੁਰ ਸਿੱਖ ਜੋਏ। ਉਦੋਂ ਤੇਰੇ ਪੜਪੋਤਰੇ ਜਿਹੜੇ ਹੋਣਗੇ ਗੁਰਸਿੱਖ ਉਹ ਸਾਡੀ ਸੇਵਾ ਕਰਨਗੇ। ਲੈ ਆਵਹਿ ਗੇ ਸਦਨ ਮਜਾਰੇ। ਉਹ ਸਾਨੂੰ ਦਸਵੇਂ ਜਾਮੇ ਵਿੱਚ ਆਪਣੇ ਘਰ ਲੈ ਕੇ ਆਉਣਗੇ। ਸਾਧ ਸੰਗਤ ਜੀ, ਚੌਧਰੀ ਸ਼ਮੀਰ ਲਖਮੀਰ ਤਖਤਮਲ ਇਸ ਜੋਧ ਰਾਜ ਦੇ ਪਰਿਵਾਰ ਵਿੱਚੋਂ ਹੀ ਸਨ, ਜਿਨ੍ਹਾਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਸੇਵਾ ਦਾ ਸੁਭਾਗ ਮਿਲਿਆ। ਮਹਾਰਾਜ ਆਪਣਾ ਪਰਿਵਾਰ ਵਾਰ ਕੇ ਜਦੋਂ ਮਾਲਵੇ 'ਚ ਦੀਨੇ ਕਾਂਗੜ ਦੀ ਧਰਤੀ ਤੇ ਪਹੁੰਚੇ, ਚੌਧਰੀ ਸ਼ਮੀਰ ਨੇ ਗੁਰੂ ਦਸਵੇਂ ਪਾਤਸ਼ਾਹ ਜੀ ਨੂੰ 3 ਮਹੀਨੇ ਆਪਣੇ ਘਰ ਆਪਣੇ ਪਿੰਡ ਰੱਖਿਆ। ਪ੍ਰਸ਼ਾਦਾ ਪਾਣੀ ਵੀ ਛਕਾਉਂਦਾ ਰਿਹਾ। ਤੇ ਕਹਿੰਦੇ ਨੇ ਸੂਬੇ ਸਰਹੰਦ ਨੂੰ CID ਮਿਲ ਗਈ ਵੀ ਚੌਧਰੀ ਸ਼ਮੀਰ ਦੇ ਘਰ ਦਸਵੇਂ ਪਾਤਸ਼ਾਹ ਰੁਕੇ ਹੋਏ ਨੇ। ਸੂਬੇ ਸਰਹੰਦ ਨੇ ਚੌਧਰੀ ਸ਼ਮੀਰ ਨੂੰ ਚਿੱਠੀ ਲਿਖੀ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਹਵਾਲੇ ਕਰ ਦੇ, ਮੈਂ ਤੈਨੂੰ ਬਹੁਤ ਸਾਰੇ ਇਨਾਮ ਦਿਆਂਗਾ, ਬਹੁਤ ਸਾਰੀਆਂ ਜਗੀਰਾਂ ਦਿਆਂਗਾ, ਤੇ ਤੇਰੇ ਨਾਲ ਬਾਦਸ਼ਾਹ ਦੀ ਵੀ ਮੁਲਾਕਾਤ ਕਰਾ ਕੇ ਤੈਨੂੰ ਹੋਰ ਉੱਚੇ ਅਹੁਦੇ ਦਵਾ ਦਿਆਂਗਾ। ਅੱਗੋਂ ਚੌਧਰੀ ਸ਼ਮੀਰ ਨੇ ਚਿੱਠੀ ਦਾ ਜਵਾਬ ਲਿਖਿਆ ਸੂਬੇ ਸਰਹੰਦ ਵਜੀਦੇ ਨੂੰ। ਕਹਿਣ ਲੱਗੇ ਵੀ ਜੇ ਤੂੰ ਆਪਣੇ ਪੀਰ ਮੇਰੇ ਹਵਾਲੇ ਕਰ ਸਕਦਾ ਤੇ ਮੈਂ ਵੀ ਸੋਚਾਂਗਾ। ਕੀ ਤੂੰ ਆਪਣੇ ਜਿਨ੍ਹਾਂ ਨੂੰ ਮੰਨਦਾ, ਤੂੰ ਆਪਣੇ ਗੁਰੂਆਂ ਪੀਰਾਂ ਨੂੰ, ਉਹਨਾਂ ਨੂੰ ਮੇਰੇ ਹਵਾਲੇ ਕਰ ਸਕਦਾ? ਜੇ ਤੂੰ ਆਪਣੇ ਪੀਰਾਂ ਨੂੰ ਮੇਰੇ ਹਵਾਲੇ ਨਹੀਂ ਕਰ ਸਕਦਾ ਤੇ ਮੈਂ ਵੀ ਆਪਣੇ ਪੀਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇਰੇ ਹਵਾਲੇ ਨਹੀਂ ਕਰ ਸਕਦਾ। ਗੁਰੂ ਗੋਬਿੰਦ ਸਿੰਘ ਮੇਰੇ ਸਿਰ ਨਾਲ ਹੈ, ਜਿੰਨਾ ਚਿਰ ਮੈਂ ਜਿਉਂਦਾ ਹਾਂ ਕੋਈ ਉਹਨਾਂ ਦੇ ਵੱਲ ਝਾਕ ਵੀ ਨਹੀਂ ਸਕਦਾ। ਇੰਨੀ ਦਲੇਰੀ ਦਾ ਜਵਾਬ ਚੌਧਰੀ ਸ਼ਮੀਰ ਨੇ ਦਿੱਤਾ ਸੀ। ਇਹਦੇ ਘਰ ਰਹਿ ਕੇ ਸੱਚੇ ਪਾਤਸ਼ਾਹ ਜੀ ਨੇ ਉੱਥੇ ਲਾਗੇ ਹੀ ਦਿਆਲਪੁਰਾ ਭਾਈ ਕਾ ਪਿੰਡ ਬਾਅਦ 'ਚ ਵਸ ਗਿਆ। 6ਵੀਂ ਪਾਤਸ਼ਾਹੀ ਦਾ ਉੱਥੇ ਵੀ ਸਥਾਨ ਹੈ। ਉੱਥੇ ਸਾਧ ਸੰਗਤ ਜੀ ਬਹਿ ਕੇ ਮਹਾਰਾਜ ਨੇ ਜਫਰਨਾਮਾ ਲਿਖਿਆ, ਜਿਹੜਾ ਗੁਰਦੁਆਰਾ ਜਫਰਨਾਮਾ ਸਾਹਿਬ ਹੈ ਦਿਆਲਪੁਰੇ ਭਾਈ ਕੇ ਵਿੱਚ, ਦੀਨੇ ਕਾਂਗੜ ਤੋਂ ਲਗਭਗ 2-2.5 ਕਿਲੋਮੀਟਰ ਬਾਹਰ ਖੁੱਲ੍ਹੀ ਥਾਂ ਤੇ ਹੈ। ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਉੱਥੇ ਸੇਵਾ ਨਿਭਾਉਂਦੇ ਹੈ। ਅੱਜ ਵੀ ਉੱਥੇ ਬਹੁਤ ਸੋਹਣਾ ਵਿੱਦਿਆ ਦਾ ਪ੍ਰਚਾਰ, ਸ਼ਸਤਰ ਵਿੱਦਿਆ ਦਾ ਕਥਾ ਕੀਰਤਨ ਸਿਖਾਉਂਦੇ। ਸੰਤ ਬਾਬਾ ਮਨੀ ਸਿੰਘ ਜੀ ਹੋਏ ਮਹਾਂਪੁਰਸ਼, ਜਿਨ੍ਹਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ਾਂ ਨਾਲ ਰਹਿ ਕੇ ਬਾਹਰਲੇ ਮੁਲਕਾਂ 'ਚ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਨੇ ਲਿਆ ਕੇ ਫਿਰ ਉਹ ਗੁਰੂ ਘਰ ਪ੍ਰਗਟ ਕੀਤਾ, ਅਸਥਾਨ ਵਧੀਆ ਸੁੰਦਰ ਬਣਾਇਆ। ਰਹੋ ਵਿਚਾਰ। ਸੋ ਸਾਧ ਸੰਗਤ ਜੀ, ਅੱਜ ਕੱਲ੍ਹ ਬਾਬਾ ਲਾਭ ਸਿੰਘ ਜੀ ਉੱਥੇ ਜਥੇਦਾਰ ਸੇਵਾ ਕਰਦੇ ਹਨ, ਸਿੰਘਾਂ ਨੂੰ ਵਿੱਦਿਆ ਵੀ ਪੜ੍ਹਾਉਂਦੇ ਹਨ, ਦਸਮ ਦੀ ਆਦਿ ਦੀ ਸਰਬਲੋਕ ਗ੍ਰੰਥ ਦੀ ਵਿੱਦਿਆ ਦਿੰਦੇ ਹਨ। ਮਹਾਰਾਜ ਕਹਿੰਦੇ ਆਉਣ ਵਾਲਾ ਸਮਾਂ ਦਸਵੇਂ ਜਾਮੇ 'ਚ ਤੁਹਾਡੇ ਘਰ ਠਹਿਰਾਂਗੇ ਆ ਕੇ, ਤੇ ਬੀਬੀ ਤੇਰੇ ਪੜਪੋਤਰੇ ਸੇਵਾ ਕਰਨਗੇ। ਸੇਵਾ ਕਰਹਿ ਸੰਜ ਸਕਾਰੇ। ਸਾਂਝ ਸਵੇਰੇ ਸੇਵਾ ਕਰਿਆ ਕਰਨਗੇ ਸਾਡੀ। ਆਉਣ ਵਾਲਾ ਸਮਾਂ ਦੱਸੇਗਾ ਜਦੋਂ 10ਵਾਂ ਜਾਮਾ ਧਾਰਨ ਕਰਾਂਗੇ। ਜੇ 6ਵੇਂ ਜਾਮੇ 'ਚ ਨਾ, ਜਦੋਂ 10ਵੇਂ ਜਾਮੇ 'ਚ ਆਵਾਂਗੇ ਉਦੋਂ ਅਸੀਂ ਤੁਹਾਡੇ ਘਰ ਡੇਰਾ ਲਾਵਾਂਗੇ। ਤਬ ਮੈਂ ਤੁਮਰੋ ਬੰਸ ਉਧਾਰੋ। ਉਦੋਂ ਤੁਹਾਡੀ ਕੁਲ ਦਾ ਉਧਾਰ ਕਰ ਦਿਆਂਗੇ। ਸਾਧ ਸੰਗਤ ਜੀ, ਚੌਧਰੀ ਸ਼ਮੀਰ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ, ਦਸਵੇਂ ਪਾਤਸ਼ਾਹ ਜੀ ਨੂੰ, ਸਤਿਗੁਰੂ ਜੀ ਮੇਰੀ 84 ਕੱਟ ਦਿਓ। ਮਹਾਰਾਜ ਕਹਿੰਦੇ ਚੌਧਰੀ ਇੰਨਾ ਸੌਖਾ ਥੋੜ੍ਹਾ, ਇੰਨੇ ਕਰਮ ਕਿਵੇਂ ਮਿਟਣਗੇ? ਕਹਿੰਦਾ ਮਹਾਰਾਜ ਜੇ ਤੁਹਾਡੇ ਸ਼ਰਨ ਵਿੱਚ ਆਇਆ ਨਾ ਮਿਟੇ ਫਿਰ ਕਦੋਂ ਮਿਟਣੇ? ਤੁਸੀਂ ਤਾਂ ਮਿਟਾ ਸਕਦੇ ਹੋ। ਮਹਾਰਾਜ ਕਹਿੰਦੇ ਨਹੀਂ, ਤੇਰੀਆਂ ਜੂਨਾਂ ਬਹੁਤ ਰਹਿੰਦੀਆਂ ਭਾਈ, ਇੰਨੀਆਂ ਜੂਨਾਂ ਦਾ ਹਿਸਾਬ ਅਸੀਂ ਕਿਵੇਂ ਨਿਬੇੜ ਦਈਏ? ਕਹਿਣ ਲੱਗਾ ਤੁਸੀਂ ਨਿਬੇੜ ਸਕਦੇ ਹੋ। ਸਤਿਗੁਰੂ ਕਹਿੰਦੇ ਚੰਗਾ ਹੁਣ ਰਾਤ ਪੈ ਗਈ, ਸਵੇਰੇ ਗੱਲ ਕਰਾਂਗੇ, ਜਾ ਸੌਂ ਜਾ। ਘਰ ਜਾ ਕੇ ਸੁੱਤਾ, ਸੁਪਨੇ ਵਿੱਚ ਮਰ ਕੇ ਕੁੱਤੇ ਦੀ ਜੂਨ 'ਚ ਪੈ ਗਿਆ, ਸੂਰ ਦੀ ਜੂਨ 'ਚ ਪੈ ਗਿਆ, ਸ਼ੇਰ ਬਘਿਆੜ ਚੀਤੇ ਮੱਝਾਂ ਗਾਵਾਂ ਸੱਪ ਸਲੂੰਗੇ ਕੀੜੇ ਮਕੌੜੇ ਪਸ਼ੂ ਪੰਛੀ ਬਣਦਾ ਫਿਰੇ, ਬੜੀਆਂ ਜੂਨਾਂ 'ਚ ਭਟਕੀ ਜਾਵੇ। ਅਖੀਰ ਚੰਡਾਲਾਂ ਦੀ ਜੂਨੀ 'ਚ ਜਨਮ ਹੋਇਆ, ਚੰਡਾਲਾਂ ਦੇ ਘਰ ਵਿਆਹ ਵੀ ਹੋ ਗਿਆ, 6-7 ਨਿਆਣੇ ਹੋ ਗਏ ਸੁਪਨੇ ਵਿੱਚ ਹੀ। ਕਿਉਂਕਿ ਸੁਪਨਾ ਬੜੀ ਛੇਤੀ ਨਾਲ ਬਹੁਤ ਵੱਡੀਆਂ ਚੀਜ਼ਾਂ, ਲੰਮੇ ਸਮੇਂ ਦੀਆਂ ਗੱਲਾਂ ਸੰਖੇਪ ਕਰਕੇ ਦਿਖਾ ਦਿੰਦਾ। ਹੁੰਦਾ ਸਾਡਾ ਸਾਰਾ ਕੁਝ ਡਾਟਾ ਜਿਹੜਾ ਸੁਰਤੀ ਦੇ ਵਿੱਚ ਫੀਡ ਹੈ,
ਕਈ ਜਨਮਾਂ ਦਾ, ਕਰੋੜਾਂ ਜਨਮਾਂ ਦਾ ਸਾਡੇ ਅੰਦਰ ਅਜੇ ਤੱਕ ਪਿਆ ਹੋਇਆ। ਸਿਰਫ ਸਾਨੂੰ ਉਹ ਕੰਪਿਊਟਰ ਚਲਾਉਣਾ ਨਹੀਂ ਆਉਂਦਾ। ਉਹ ਜਦੋਂ ਉਹਨੇ ਦੇਖਿਆ ਇੰਨੀਆਂ ਜੂਨਾਂ 'ਚ ਪਿਆ ਤੇ ਸੁਪਨੇ 'ਚ ਚੰਡਾਲ ਬਣ ਗਿਆ ਤੇ ਬੱਚੇ 5-7 ਹੋ ਗਏ, ਭੁੱਖਮਰੀ, ਗਰੀਬੀ ਬਹੁਤ। ਘਰਵਾਲੀ ਨੂੰ ਤੇ ਬੱਚਿਆਂ ਨੂੰ ਲੈ ਕੇ ਪੀਲੂ ਦੇ ਵਣ ਤੇ ਚੜ੍ਹ ਕੇ ਉੱਤੋਂ ਪੀਲੂ ਤੋੜ ਤੋੜ ਕੇ ਬੱਚਿਆਂ ਨੂੰ ਦੇਈ ਜਾਂਦਾ। ਉਹ ਵੀ ਹੋਰ ਮੰਗਦੇ ਨੇ, ਗਰੀਬੀ ਬਹੁਤ ਹੈ, ਖਾਣ ਨੂੰ ਰੋਟੀ ਨਹੀਂ। ਆਪ ਵੀ ਪੀਲੂ ਹੀ ਖਾਂਦਾ, ਭੁੱਖ ਨਾਲ ਸਤਾਏ ਹੋਏ। ਕਹਿੰਦੇ ਉਹ ਪੀਲੂ ਦੀ ਟਾਹਣੀ ਟੁੱਟੀ ਤੇ ਡਿੱਗਾ ਤੇ ਅੱਖ ਖੁੱਲ੍ਹ ਗਈ। ਸੁਪਨੇ ਤੋਂ ਜਾਗਿਆ, ਦਾਤਨ ਕਰਨ ਲੱਗਾ ਤੇ ਦੰਦਾਂ ਦੇ ਵਿੱਚ ਪੀਲੂ ਦੇ ਦਾਣੇ ਫਸੇ ਹੋਏ, ਪੀਲੂ ਦੇ ਛਿਲਕੇ ਫਸੇ ਹੋਏ। ਸੋਚਦਾ ਵੀ ਮੈਂ ਤਾਂ ਰਾਤ ਪੀਲੂ ਨਹੀਂ ਖਾਧੇ, ਕੱਲ੍ਹ ਨਹੀਂ ਖਾਧੇ, ਪਰਸੋਂ ਨਹੀਂ ਖਾਧੇ, ਕਦੀ ਖਾਧੇ ਨਹੀਂ। ਗਰੀਬ ਲੋਕ ਖਾਂਦੇ ਤੇ ਪਰ ਸੁਪਨੇ 'ਚ ਖਾਧੇ। ਜਿਹੜੀ ਚੀਜ਼ ਸੁਪਨੇ 'ਚ ਖਾਧੀ ਉਹ ਸੱਚੀ ਨਹੀਂ ਹੋਣੀ ਚਾਹੀਦੀ, ਪਰ ਮੇਰੇ ਦੰਦਾਂ 'ਚ ਸੱਚੀ ਮੁੱਚੀ ਪੀਲੂ ਦੇ ਛਿਲਕੇ ਆ ਗਏ। ਉੱਠ ਕੇ ਇਸ਼ਨਾਨ ਪਾਣੀ ਕਰਕੇ ਜਦੋਂ 10ਵੇਂ ਪਾਤਸ਼ਾਹ ਗਿਆ, ਸਾਰੇ ਸੁਪਨੇ ਦੀ ਗੱਲ ਸੁਣਾਈ। ਕਹਿੰਦਾ ਮਹਾਰਾਜ ਸੁਪਨਾ ਮੈਂ ਵੇਖਿਆ, ਬੜਾ ਅਜੀਬ ਦੇਖਿਆ, ਸਮਝ ਨਹੀਂ ਆਈ ਕੀ ਚੀਜ਼ ਹੈ। ਚਲੋ ਸੁਪਨਾ ਤਾਂ ਸੁਪਨਾ, ਪਰ ਜਿਹੜੇ ਸੁਪਨੇ 'ਚ ਮੈਂ ਪੀਲੂ ਖਾਧੇ ਸੀ ਉਹਦੇ ਛਿਲਕੇ ਸੱਚੀ ਮੁੱਚੀ ਮੇਰੇ ਦੰਦਾਂ ਵਿੱਚ ਸੀਗੇ। ਇਹ ਕੀ ਗੱਲ ਹੋਈ? ਕਲਗੀਧਰ ਕਹਿੰਦੇ ਚੌਧਰੀ ਤੈਨੂੰ ਅਜੇ ਵੀ ਸਮਝ ਨਹੀਂ ਆਈ? ਕਹਿੰਦਾ ਮਹਾਰਾਜ ਮੈਨੂੰ ਕੀ ਸਮਝ ਆਉਣੀ? ਮਹਾਰਾਜ ਕਹਿੰਦੇ ਜਿਹੜਾ ਤੂੰ ਰੋਜ਼ ਕਹਿੰਦਾ ਸੀ ਨਾ ਮੇਰੀ 84 ਕੱਟ ਦਿਓ, ਜੂਨਾਂ ਦਾ ਮੇਰਾ ਖਹਿੜਾ ਛਡਾ ਦਿਓ, ਸਾਰੀਆਂ ਜੂਨਾਂ ਰਾਤੀ ਸੁਪਨੇ 'ਚ ਨਿਬੇੜਤੀਆਂ ਤੇਰੀਆਂ। ਹੁਣ ਤੇਰਾ ਉਧਾਰ ਕਰਤਾ, ਤੇਰੀ ਮੁਕਤੀ ਹੋਈ। ਸਾਧ ਸੰਗਤ ਜੀ ਐਸੇ ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ 10ਵੇਂ ਜਾਮੇ ਜਾਵਾਂਗੇ, ਤੇਰੀ 84 ਤੁਹਾਡੇ ਪਰਿਵਾਰ ਦਾ ਉਧਾਰ ਕਰਾਂਗੇ, ਭਲਾ ਕਰਾਂਗੇ। ਬਹੁ ਵਡਿਆਈ ਦੇਸ਼ ਬਿਥਾਰੋ, ਔਰ ਬੜੀ ਵਡਿਆਈ 10ਵੇਂ ਜਾਮੇ 'ਚ ਬਖਸ਼ਾਂਗੇ। ਚੌਧਰੀ ਸਮੀਰ ਨੂੰ ਜਿਹੜਾ ਮਾਣ ਮਿਲਿਆ ਵਿਰਲੇ ਵਿਰਲੇ ਬੰਦਿਆਂ ਨੂੰ ਮਿਲਿਆ। ਇੰਨਾ ਨਿਸ਼ਚਾ ਗੁਰੂ ਉੱਤੇ, ਇੰਨੀ ਦਲੇਰੀ ਕਿ ਬਾਦਸ਼ਾਹ ਦੇ ਸੂਬੇ ਦੇ ਸਾਹਮਣੇ ਜਵਾਬ ਦਿੱਤਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਤੇਰੇ ਹਵਾਲੇ ਨਹੀਂ ਕਰ ਸਕਦੇ, ਲੜਾਂਗੇ, ਮਰ ਜਾਵਾਂਗੇ, ਪਰ ਆਪਣਾ ਗੁਰੂ ਤੁਹਾਡੇ ਹਵਾਲੇ ਨਹੀਂ ਕਰਾਂਗੇ। ਇੱਦਾਂ ਦਾ ਮਾਣ 10ਵੇਂ ਜਾਮੇ 'ਚ ਦਿਆਂਗੇ। ਸੁਣ ਕਰ ਹਿਰਦੇ ਆਨੰਦਤ ਹੋਈ। ਉਹ ਬੀਬੀ ਭਾਗਾਂ ਵਾਲੀ ਸਤਿਗੁਰਾਂ ਦੇ ਬਚਨ ਸੁਣ ਕੇ ਬੜੀ ਖੁਸ਼ ਹੋਈ, ਬੜੀ ਪ੍ਰਸੰਨ ਹੋਈ ਹੈ। ਨਮੋ ਕੀਨ ਪਗ ਪੰਕਜ ਦੋਈ, ਤੇ ਮਹਾਰਾਜ ਦੇ ਚਰਨਾਂ ਤੇ 6ਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਕੇਤਕ ਦਿਨ ਰਹਿ ਕਰ ਗੁਰਪਾਸ, ਕੁਝ ਦਿਨ ਜੋਧ ਸ਼ਾਹ ਆਪਣੀ ਪਤਨੀ ਸਮੇਤ, ਆਪਣੀਆਂ ਫੌਜਾਂ ਸਮੇਤ ਗੁਰੂ ਸਾਹਿਬ ਦੇ ਕੋਲ ਰਿਹਾ ਹੈ। ਪਤ ਕੋ ਤਜਪਨ ਗਈ ਆਵਾਸ, ਫਿਰ ਕਹਿਣ ਲੱਗੀ ਵੀ ਪਤੀ ਜੀ ਮੈਂ ਹੁਣ ਪਿੰਡ ਘਰ ਜਾਂਦੀ ਹਾਂ, ਤੁਸੀਂ ਇੱਥੇ ਰਹੋ ਮਹਾਰਾਜ ਦੇ ਕੋਲ। ਪਤੀ ਨੂੰ ਮਹਾਰਾਜ ਕੋਲ ਛੱਡ ਗਈ ਤੇ ਆਪ ਆਪਣੇ ਪਿੰਡ ਕਾਂਗੜ ਘਰ ਚਲੀ ਗਈ। ਰਹਿਓ ਜੋਧ ਗੁਰ ਟਿਗਨਤ ਆਵੈ, ਜੋਧ ਸ਼ਾਹ ਗੁਰੂ ਸਾਹਿਬ ਦੇ ਕੋਲ ਹੀ ਰਿਹਾ, ਰੋਜ਼ ਮਹਾਰਾਜ ਦੇ ਦਰਬਾਰ 'ਚ ਆਉਂਦਾ, ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ। ਅਨੇਕ ਪ੍ਰਸੰਗਨ ਸੁਨਹ ਸੁਨਾਵੈ, ਬੜੇ ਬਚਨ ਸੁਣਦਾ, ਮਹਾਰਾਜ ਦੀ ਕਥਾ ਸੁਣਦਾ, ਕੀਰਤਨ ਸੁਣਦਾ। ਕਦੀ ਗੁਰੂ ਸਾਹਿਬ ਨਾਲ ਜੰਗ ਯੁੱਧ ਦੀਆਂ ਗੱਲਾਂ ਛੇੜ ਲੈਂਦਾ, ਕਦੀ ਸ਼ਾਸਤਰ ਵਿਦਿਆ ਦੀਆਂ ਗੱਲਾਂ, ਕਦੀ ਘੋੜ ਸਵਾਰੀ ਦੀਆਂ, ਕਦੀ ਸ਼ਿਕਾਰ ਖੇਡਣ ਦੀਆਂ। ਇਸ ਤਰ੍ਹਾਂ ਦੇ ਬਚਨ ਸੁਣਦਾ ਸੁਣਾਉਂਦਾ ਹੈ। ਪੁਰਸ਼ਾਰਥ ਸੁਨ ਸਪਾਟਨ ਕੇਰੇ, ਔਰ ਯੋਧਿਆਂ ਦੇ ਪੁਰਸ਼ਾਰਥ ਪਤਾ ਲੱਗਦਾ ਵੀ ਆਹ ਭਾਈ ਵਿਧੀ ਚੰਦ ਦਾ ਬੜਾ ਯੋਧਾ, ਆਹ ਭਾਈ ਜੇਠਾ ਹੈ, ਇਹ ਫਲਾਣਾ ਸਿੱਖ ਹੈ। ਇਹ ਸਾਰੇ ਸਿੱਖਾਂ ਦੀਆਂ ਸੂਰਮਿਆਂ ਦੀਆਂ ਕਥਾ ਸੁਣਦਾ, ਉਹਨਾਂ ਦੇ ਬਚਨ ਸੁਣਦਾ। ਮਾਰਿਓ ਲਸ਼ਕਰ ਸ਼ਾਹ ਕਨੇਰੇ, ਕਿ ਗੁਰੂ ਸਾਹਿਬ ਨੇ 2 ਜੰਗ ਲੜੇ ਨੇ। ਪਹਿਲਾ ਅੰਮ੍ਰਿਤਸਰ ਵਿੱਚ ਲੜਿਆ, ਦੂਜਾ ਸ੍ਰੀ ਹਰਗੋਬਿੰਦਪੁਰ ਲੜਿਆ। ਪਹਿਲੇ ਜੰਗ 'ਚ ਗੁਰੂ ਸਾਹਿਬ ਨੇ 7000 ਤੁਰਕਾਂ ਦੀ ਫੌਜ ਮਾਰੀ ਹੈ। ਦੂਜੇ ਜੰਗ 'ਚ ਗੁਰੂ ਸਾਹਿਬ ਨੇ 14000 ਤੁਰਕਾਂ ਦੀ ਫੌਜ ਮਾਰੀ ਹੈ। ਇਹ ਬਚਨ ਸਤਿਗੁਰਾਂ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੰਗਾਂ ਯੁੱਧਾਂ ਬਾਰੇ ਜੋਧ ਸ਼ਾਹ ਸੁਣਦਾ ਹੈ। 7000 ਸਦਾ ਸਰ ਮਾਰੇ, 7000 ਅੰਮ੍ਰਿਤਸਰ ਦੀ ਜੰਗ 'ਚ ਮਾਰੇ ਨੇ ਤੁਰਕ। ਗਏ ਪਗਹਿਲ ਬਚੇ ਰਣ ਹਾਰੇ, ਜਿਹੜੇ ਭੱਜ ਕੇ ਬਚੇ ਨੇ 200-400 ਉਹੀ ਬਚੇ ਨੇ, ਬਾਕੀ ਸਭ ਝਟਕ ਦਿੱਤੇ ਸਤਿਗੁਰਾਂ ਨੇ। 10 ਅਰ 5000 ਬਹੋਰੀ, ਔਰ 15000 ਫੌਜ ਚੜ੍ਹ ਕੇ ਫੇਰ ਆਈ ਸੀ ਸ੍ਰੀ ਹਰਗੋਬਿੰਦਪੁਰੇ। ਰਿਸ ਕਰ ਚੜ੍ਹ ਆਏ ਹਮ ਆਰੀ, ਮਹਾਰਾਜ ਕਹਿੰਦੇ ਸਾਡੇ ਵੱਲ ਚੜ੍ਹ ਕੇ ਆਏ ਸੀ। ਅਬਦੁਲ ਖਾਨ ਲੈ ਕੇ ਆਇਆ ਸੀ, ਜਲੰਧਰ ਦਾ ਸੂਬੇਦਾਰ। ਉਹ ਜਿਹੜਾ ਭਗਵਾਨ ਦਾਸ ਘੇਰਣ ਮਾਰ ਦਿੱਤਾ ਸੀ ਸਿੱਖਾਂ ਨੇ,
ਉਹਦਾ ਪੁੱਤਰ ਰਤਨ ਚੰਦ ਲੈ ਆਇਆ ਸੀ ਫੌਜ ਨਾਲ, ਚੰਦੂ ਦਾ ਪੁੱਤਰ ਕਰਮ ਚੰਦ ਵੀ ਆ ਗਿਆ ਸੀ, ਤੇ ਅਬਦੁਲ ਖਾਨ ਦੇ 2 ਪੁੱਤਰ ਅਬਦੁਲ ਖਾਨ 14-15 ਹਜ਼ਾਰ ਫੌਜ ਲੈ ਕੇ ਆਏ ਸੀ। ਤਹਾਂ ਖੇਤ ਐਸੋ ਕੁਛ ਪਹਿਓ। ਮਹਾਰਾਜ ਕਹਿੰਦੇ ਸ੍ਰੀ ਹਰਗੋਬਿੰਦਪੁਰ ਇਹੋ ਜਿਹਾ ਜੰਗ ਹੋਇਆ, ਇਹੋ ਜਿਹਾ ਘਮਸਾਣ ਦਾ ਯੁੱਧ ਮਚਿਆ, ਭਾਜਿਓ ਬਚਿਓ ਅਰਿਓ ਮਰ ਗਇਓ। ਜਿਹੜਾ ਕੋਈ ਭੱਜ ਕੇ ਬਚਿਆ, ਬਾਕੀ ਸਭ ਮਾਰੇ ਗਏ। 14,000 ਤੁਰਕ ਮਾਰੇ ਗਏ ਸਨ ਸ੍ਰੀ ਹਰਗੋਬਿੰਦਪੁਰ ਦੀ ਲੜਾਈ ਵਿੱਚ। ਜੋਧ ਸ਼ਾਹ ਸੁਨ ਬੀਰ ਬਿਸਾਲਾ। ਇਹ ਬਚਨ ਜੋਧ ਸ਼ਾਹ ਸੁਣਦਾ ਗੁਰੂ ਹਰਗੋਬਿੰਦ ਸਾਹਿਬ ਦੀ ਰਸਨਾ ਤੋਂ, ਉਹਨੂੰ ਵੀ ਜੋਸ਼ ਚੜ੍ਹਦਾ। ਉਹ ਕਹਿੰਦਾ ਜੇ ਮੈਨੂੰ ਕਿਤੇ ਮੌਕਾ ਮਿਲੇ ਤੇ ਮੈਂ ਵੀ ਗੁਰੂ ਸਾਹਿਬ ਦੇ ਜੰਗ ਵਿੱਚ ਸ਼ਾਮਲ ਹੋ ਕੇ ਤੁਰਕਾਂ ਨਾਲ ਯੁੱਧ ਕਰਾਂਗਾ। ਕਹਾ ਜੇ ਮੈਂ ਆਵਤ ਹੋਵਤ ਇਸ ਕਾਲਾ। ਕਹਿੰਦਾ ਗੁਰੂ ਜੀ ਜੇ ਮੈਂ ਹੁੰਦਾ ਨਾ ਤੇ ਮੈਂ ਵੀ ਤੁਹਾਡੇ ਨਾਲ ਸੇਵਾ ਜੰਗ 'ਚ ਕਰਨੀ ਸੀ। ਤੁਮ ਬਲ ਤੇ ਕਮਸਾਨ ਕਨੇਹਰਾ। ਤੁਹਾਡੀ ਕਿਰਪਾ ਨਾਲ ਮੈਂ ਬੜਾ ਘਮਸਾਣ ਦਾ ਯੁੱਧ ਮਚਾਉਣਾ ਸੀ, ਮੈਂ ਦੁਸ਼ਮਣਾਂ ਦੇ ਦੰਦ ਬੜੇ ਖੱਟੇ ਕਰਨੇ ਸੀ ਗੁਰੂ ਜੀ, ਮੈਨੂੰ ਮੌਕਾ ਨਹੀਂ ਮਿਲਿਆ। ਰਚ ਸੰਗਰ ਕੋ ਕਰਤ ਨਿਬੇਰਾ। ਮਹਾਰਾਜ ਯੁੱਧ ਕਰਦੇ, ਵੈਰੀਆਂ ਦਾ ਨਵੇੜਾ ਕਰਦੇ ਅਸੀਂ, ਜਿਹੜੇ ਤੁਹਾਡੇ ਤੇ ਚੜ੍ਹ ਕੇ ਆਏ ਸਤਿਗੁਰੂ ਜੀ, ਉਹਨਾਂ ਨੂੰ ਸੁੱਕੇ ਨਾ ਜਾਣ ਦਿੰਦੇ। ਤੁਮ ਸਮਤਾ ਕੋ ਕਰਹਿ ਨ ਕੋਈ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਪਰਮੇਸ਼ਰ ਦਾ ਰੂਪ ਹੋ, ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੋ, ਤੇ ਤੁਹਾਡੀ ਬਰਾਬਰੀ ਕੌਣ ਕਰ ਸਕਦਾ? ਕੌਣ ਅਰੇ ਸਤਿਗੁਰ ਕੇ ਆਗੇ, ਅਮਰ ਮਰੇ ਅਚਲ ਜੂ ਚਲ ਜਾਏ, ਵੱਡ ਅਥਾ ਕੋ ਥਾ ਦੇਤ ਕਰ, ਮਹਾਬਲੀ ਤਤ ਛਿਨ ਬੁਲਾਏ। ਮਹਾਰਾਜ ਤੁਹਾਡੀ ਬਰਾਬਰੀ ਕੌਣ ਕਰ ਸਕਦਾ ਸੰਸਾਰ ਵਿੱਚ? ਸੇਵਤ ਮੈਜੇ ਤੋ ਬਲ ਹੋਈ। ਮਹਾਰਾਜ ਜਿੰਨੀ ਕਿ ਮੇਰੇ ਕੋਲੋਂ ਸੇਵਾ ਹੋ ਸਕਦੀ ਮੈਂ ਜ਼ਰੂਰ ਕਰਦਾ। ਸ਼੍ਰੀ ਹਰਗੋਬਿੰਦ ਚੰਦ ਬਖਾਨਾ। ਜੋਧ ਸ਼ਾਹ ਦਾ ਬਚਨ ਸੁਣ ਕੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੋਲੇ, ਜੋਧ ਸ਼ਾਹ ਤੂੰ ਜੋਧ ਮਹਾਨਾ। ਮਹਾਰਾਜ ਕਹਿੰਦੇ ਜੋਧ ਸ਼ਾਹ ਤੂੰ ਜੋਧਾ ਹੈ, ਤੂੰ ਸੂਰਮਾ ਹੈ। ਅਮਰੋ ਕਾਰ ਪਰ ਹੈ ਜਬ ਆਈ। ਕੋਈ ਨਹੀਂ, ਪਰਮੇਸ਼ਰ ਦਾ ਭਾਣਾ ਹੋਇਆ ਤੇ ਫਿਰ ਮੌਕਾ ਮਿਲ ਜੇਗਾ। ਮਹਾਰਾਜ ਕਹਿੰਦੇ ਜੰਗ ਫਿਰ ਲੜ ਲਾਂਗੇ, ਜਦੋਂ ਲੋੜ ਪਏਗੀ ਤੈਨੂੰ ਬੁਲਾ ਲਾਂਗੇ, ਯੁੱਧ ਕਰਾਂਗੇ ਫਿਰ ਆਪਾਂ। ਹਾਂਜੀ, ਉਚਿਤ ਤੋਹਿ ਕੋ ਹੋਨ ਸਹਾਈ। ਉਦੋਂ ਤੇਰੀ ਸੇਵਾ ਲਵਾਂਗੇ, ਤੂੰ ਆ ਜਾਈ ਫੌਜਾਂ ਲੈ ਕੇ। ਤੁਰਕ ਸ਼ਤਰ ਹੱਥ ਬਹਿ ਕੇ ਜੋਗ। ਮਹਾਰਾਜ ਕਹਿੰਦੇ ਜਿਹੜੇ ਜ਼ਾਲਮ ਨੇ, ਦੁਨੀਆ ਉੱਤੇ ਪਾਪ ਕਰਦੇ ਨੇ, ਤੁਰਕ ਮੁਗਲਾਂ ਦਾ ਰਾਜ ਹੈ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ, ਠਾਕਰ ਦੁਆਰੇ ਢਾਏ ਕੇ ਤੇ ਠੌੜੀ ਮਸੀਤ ਉਸਾਰਾ। ਇਹ ਜਿਹੜੇ ਧਰਮ ਸਥਾਨਾਂ ਨੂੰ ਢਾਉਂਦੇ ਨੇ, ਗਊ ਗਰੀਬ ਨੂੰ ਮਾਰਦੇ ਨੇ ਤੇ ਲੋਕਾਂ ਦੇ ਜ਼ੁਲਮ ਕਰਦੇ ਨੇ, ਆਪਣੀ ਪ੍ਰਜਾ ਨੂੰ, ਪਬਲਿਕ ਨੂੰ ਸੁਖੀ ਨਹੀਂ ਰਹਿਣ ਦਿੰਦੇ। ਇਹਨਾਂ ਨਾਲ ਸਾਡੀ ਟੱਕਰ ਹੈ। ਇਹ ਸੰਤਾਂ ਮਹਾਂਪੁਰਸ਼ਾਂ ਦੇ ਵੈਰੀ ਹਨ। ਇਹਨਾਂ ਨੇ ਗੁਰੂ ਅਰਜਨ ਦੇਵ ਜੀ ਵਰਗੇ ਮਹਾਂਪੁਰਸ਼ ਸਤਿਗੁਰੂ ਪਰਮੇਸ਼ਰ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ। ਇਹਨਾਂ ਦੇ ਨਾਲ ਜੰਗ ਕਰਨਾ ਹੀ ਪੈਣਾ ਹੁਣ। ਹਾਂਜੀ, ਰਾਜ ਤੇਜ ਇਨ ਸਭ ਸ਼ਾਹੋਗ। ਮਹਾਰਾਜ ਕਹਿੰਦੇ ਇਹਨਾਂ ਦਾ ਰਾਜ ਤੇਜ ਜਿਹੜਾ ਸਾਰੇ ਪਾਸੇ ਪਸਰਿਆ ਹੋਇਆ, ਇਹ ਖੋਹ ਕੇ ਅਸੀਂ ਆਪਣੇ ਗਰੀਬ ਸਿੱਖਾਂ ਨੂੰ ਦੇਣਾ। ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਨਿਮਾਣੇ ਸਿੱਖਾਂ ਨੂੰ ਮਾਣ ਦਿਆਂਗੇ। ਗੁਰੂ ਪੀਰ ਕੋ ਲਖਾ ਨ ਮੂੜੇ। ਇਹ ਮੂਰਖ ਨੇ, ਰਾਜ ਦੇ ਹੰਕਾਰ 'ਚ ਅੰਨੇ ਹੋ ਗਏ ਨੇ। ਰਾਜ ਮਦ, ਰਾਜ ਦਾ ਨਸ਼ਾ ਇਹਨਾਂ ਦੀਆਂ ਅੱਖਾਂ ਅੰਨੀਆਂ ਕਰ ਰਿਹਾ ਹੈ। ਇਹ ਗੁਰੂ ਪੀਰ ਨੂੰ ਪਛਾਣਦੇ ਹੀ ਨਹੀਂ, ਵੱਡੇ ਛੋਟੇ ਦੀ ਇਹਨਾਂ ਨੂੰ ਅਕਲ ਹੀ ਨਹੀਂ, ਸੋਝ ਹੀ ਨਹੀਂ ਵੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਤਤੀਆਂ ਤਵੀਆਂ ਤੇ ਬਹਾ ਕੇ ਸ਼ਹੀਦ ਕਰ ਦਿੱਤਾ ਇਹਨਾਂ ਨੇ। ਹੋਰ ਕਿਸੇ ਦਾ ਕੀ ਲਿਹਾਜ਼ ਕਰਨਗੇ? ਇਹ ਤਾਂ ਸਾਧੂਆਂ ਸੰਤਾਂ ਦੇ, ਧਰਮੀਆਂ ਦੇ ਦੁਸ਼ਮਣ ਹਨ, ਵੈਰੀ ਹਨ। ਛਿਤ ਛੀਨਾ ਕਰ ਤੁਰਕਨ ਕੂੜੇ। ਇਹਨਾਂ ਕੋਲ ਹੁਣ ਝੂਠੇ ਪਾ ਕੇ ਰਾਜ ਖੋਹ ਲੈਣਾ। ਜੋਧ ਸ਼ਾਹ, ਇਹ ਧਰਤੀ ਦਾ ਰਾਜ ਜਿਹੜਾ ਅੱਜ ਮੁਗਲਾਂ ਕੋਲ ਹੈ, ਇਹ ਮੇਰੇ ਖਾਲਸੇ ਕੋਲ ਹੋਵੇਗਾ, ਮੇਰੇ ਸਿੱਖਾਂ ਕੋਲ ਹੋਵੇਗਾ। ਸਨੇ ਸਨੇ ਮਮ ਸਿੱਖ ਹੋਇ ਰਾਜੇ। ਸਹਿਜੇ ਸਹਿਜੇ ਮੇਰੇ ਸਿੱਖ ਇਸ ਧਰਤੀ ਤੇ ਰਾਜ ਕਰਨਗੇ, ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖਾਂ ਨੂੰ ਰਾਜ ਲੈ ਦਿਆਂਗਾ। ਰਚ ਹੈ ਜੰਗ ਰਿਪ ਬਚ ਹੈ ਜੋ ਭਾਜੇ। ਕਹਿੰਦੇ ਜੰਗ ਇਹੋ ਜਿਹੇ ਕਰਾਂਗੇ
ਜਿਹੜਾ ਭੱਜ ਕੇ ਬਚ ਗਿਆ ਜਿਹੜਾ ਸਾਹਮਣੇ ਆਇਆ ਅੜੇ ਸੋ ਝੜੇ, ਉਹ ਨਹੀਂ ਛੱਡਾਂਗੇ। ਆਖੋ ਸਤਿਨਾਮ ਸ੍ਰੀ। ਕਹਿੰਦੇ ਜਿਹੜਾ ਸਾਹਮਣੇ ਆਏਗਾ ਨਾ ਉਹ ਨਹੀਂ ਛੱਡਣਾ। ਕੋਈ ਉੱਦਾਂ ਭੱਜ ਕੇ ਬਚ ਗਿਆ ਤੇ ਅੜਨ ਵਾਲਾ ਨਹੀਂ ਛੱਡਾਂਗੇ। ਸਾਹਮਣੇ ਆਇਆ ਨਹੀਂ ਉਡਾ ਦਿਆਂਗੇ ਕਹਿੰਦੇ। ਹਾਂਜੀ, ਜੋਧ ਸ਼ਾਹ ਸੁਨ ਬਚ ਸਨਮਾਨੇ। ਮਹਾਰਾਜ ਦੇ ਵੀਰ ਰਸ ਭਰੇ ਬਚਨ ਸੁਣ ਕੇ ਜੋਧ ਸ਼ਾਹ ਨੇ ਬੜੇ ਸਤਿਕਾਰ ਨਾਲ ਸਿਰ ਝੁਕਾ ਕੇ ਕਿਹਾ, ਰਾਵਰ ਕਹਿਬੋ ਹੈ ਫਲ ਦਾਨੇ। ਮਹਾਰਾਜ ਆਪ ਦਾ ਬਚਨ ਸੱਚ ਹੋਣਾ। ਇਹ ਧਰਤੀ ਤੇ ਜ਼ਾਲਮਾਂ ਦਾ ਜਿਹੜਾ ਰਾਜ ਹੈ ਇਹ ਖਤਮ ਹੋਣਾ ਹੀ ਹੋਣਾ। ਇਹ ਰਾਜ ਸਦਾ ਨਹੀਂ ਰਹਿਣਾ। ਹਾਂਜੀ, ਚਾਹੋ ਮਸ਼ਕ ਤੇ ਗਰੜ ਬਣਾਵਹੁ। ਮਹਾਰਾਜ ਤੁਸੀਂ ਬੜੇ ਸਮਰੱਥ ਹੋ। ਤੁਸੀਂ ਚਾਹੋ ਨਾ ਮੱਛਰ ਤੋਂ ਗਰੜ ਬਣਾ ਸਕਦੇ ਹੋ। ਮੱਛਰ ਸਭ ਤੋਂ ਛੋਟਾ ਪੰਛੀ ਹੈ ਤੇ ਗਰੜ ਸਭ ਤੋਂ ਵੱਡਾ ਪੰਛੀ ਹੈ। ਛੋਟੇ ਜਿਹੇ ਮੱਛਰ ਨੂੰ ਮਹਾਰਾਜ ਤੁਸੀਂ ਗਰੜ ਵਰਗਾ ਵਿਸ਼ਾਲ ਬਣਾ ਸਕਦੇ ਹੋ। ਸਾਲ ਵੱਡੇ ਕੋ ਗਰਦ ਮਿਲਾਵਹੁ। ਤੇ ਵੱਡੇ ਪਹਾੜ ਨੂੰ ਮਿੱਟੀ 'ਚ ਮਿਲਾ ਸਕਦੇ ਹੋ, ਗਰਦ ਵਿੱਚ ਕਿਣਕੇ ਵਰਗਾ ਕਰ ਸਕਦੇ ਹੋ। ਸ਼ਮੇਰ ਪਰਬਤ ਨੂੰ ਇੱਕ ਰੇਤ ਦੇ ਕਣ ਬਰਾਬਰ ਕਰ ਸਕਦੇ ਹੋ, ਰੇਤ ਦੇ ਕਣ ਨੂੰ ਪਹਾੜ ਵਰਗਾ ਕਰ ਸਕਦੇ ਹੋ। ਜੰਬਕ ਕੋ ਕੇ ਹਰ ਕਰਦਾ ਹੋ। ਤੁਸੀਂ ਮਹਾਰਾਜ ਗਿੱਦੜਾਂ ਨੂੰ ਸ਼ੇਰ ਬਣਾ ਸਕਦੇ ਹੋ। ਤੁਹਾਡੀ ਕਿਰਪਾ ਹੋਵੇ ਤੇ ਗਿੱਦੜ ਜਿਹੜੇ ਨੇ ਸ਼ੇਰਾਂ ਦਾ ਮੁਕਾਬਲਾ ਕਰ ਸਕਦੇ ਨੇ। ਵੱਡ ਮਤੰਗ ਟਿਹਗ ਕੀਟ ਹਤਾ ਹੋ। ਤੇ ਮਹਾਰਾਜ ਕੀੜੀ ਕੋਲੋਂ ਹਾਥੀ ਮਰਵਾ ਸਕਦੇ ਹੋ। ਤੁਹਾਡੀ ਕਿਰਪਾ ਹੋਵੇ ਤਾਂ ਸਭ ਕੁਝ ਹੋ ਸਕਦਾ। ਜੇ ਸਾਹਿਬ ਕੀਟੀ ਬਲ ਧਰੇ ਫੀਲ ਉਸ ਦਾ ਖਾਣਾ। ਜੇ ਸਾਹਿਬ ਜੀ ਤੁਸੀਂ ਕੀੜੀ ਨੂੰ ਬਲ ਦੇ ਦਿਓ, ਕੀੜੀ ਹਾਥੀਆਂ ਨੂੰ ਖਾ ਜਾਵੇ। ਕਰੋ ਬਸਾਵਨ ਬਸੇ ਉਜਾਰਹੁ। ਮਹਾਰਾਜ ਉਜੜਿਆਂ ਨੂੰ ਵਸਾ ਸਕਦੇ ਹੋ ਤੇ ਵਸਦਿਆਂ ਨੂੰ ਉਜਾੜ ਸਕਦੇ ਹੋ। ਧੰਨ ਗੁਰੂ ਹਰਗੋਬਿੰਦ ਸਾਹਿਬ ਸਾਧ ਸੰਗਤ ਜੀ, ਆ ਜਿਹੜੇ ਪਟਿਆਲਾ ਨਾਭੇ ਜੀਂਦ ਦੇ ਰਾਜੇ ਨੇ, ਇਹਨਾਂ ਦੇ ਵੱਡੇ ਸਨ ਜਿਹੜੇ ਉਹ ਟੱਪਰੀ ਵਾਸ, ਉੱਥੇ ਮਹਾਰਾਜ ਜਿਹੜਾ ਅਸਥਾਨ ਹੈ ਉੱਥੇ ਰਹਿੰਦੇ। ਤੇ ਜਿਹੜੇ ਕੌੜੇ ਸਨ ਉਹਨਾਂ ਨੂੰ ਖੂਹ ਤੋਂ ਪਾਣੀ ਨਹੀਂ ਸੀ ਬੀਬੀਆਂ ਨੂੰ ਭਰਨ ਦਿੰਦੇ, ਬਹੁਤ ਤੰਗ ਕਰਦੇ ਸਨ। ਪਾਣੀ ਤੋਂ ਵੀ ਆਵਾਜ਼ਾਰ ਕੀਤਾ ਹੋਇਆ ਸੀ। ਤੇ ਮਹਾਰਾਜ ਛੇਵੇਂ ਪਾਤਸ਼ਾਹ ਬਖਸ਼ਿਸ਼ ਕੀਤੀ, ਅੱਜ ਰਾਜੇ ਬਣ ਗਏ। ਘੋੜੇ ਉਹਨਾਂ ਦੇ ਜਮਨਾ 'ਚ ਪਾਣੀ ਪੀਣਗੇ, ਵਰ ਦਿੱਤਾ ਸੀਗਾ। ਹਾਂਜੀ, ਕਹਿਨ ਮਾਤਰ ਤੇ ਸਰਬ ਸੁਧਾਰਹੁ। ਮਹਾਰਾਜ ਤੁਹਾਡੀ ਰਸਨਾ ਦੇ ਬੋਲਾਂ 'ਚ ਸ਼ਕਤੀ ਹੈ। ਕਹਿਣ ਨਾਲ ਹੀ ਸੁਧਾਰ ਦਿਓ, ਕਹਿਣ ਨਾਲ ਹੀ ਮਹਾਰਾਜ ਵਿਗੜੀ ਸੁਧਾਰ ਦਿਓ, ਸੁਧਰੀ ਵਿਗਾੜ ਦਿਓ, ਜੋ ਚਾਹੋ ਕਰ ਸਕਦੇ ਹੋ। ਇਤਿਆਦਿਕ ਨਿਤ ਚਲ ਹੈ ਪ੍ਰਸੰਗ। ਇਸ ਤਰ੍ਹਾਂ ਦੇ ਬਚਨ ਗੁਰੂ ਸਾਹਿਬ ਨਾਲ ਭਾਈ ਜੋਧ ਸ਼ਾਹ ਜੀ ਰੋਜ਼ ਕਰਦੇ ਰਹਿੰਦੇ ਨੇ। ਸੈਨਾ ਸਹਿਤ ਚਾਹਤ ਬੜ ਜੰਗ। ਔਰ ਸਾਰੀ ਫੌਜ ਜੋਧ ਸ਼ਾਹ ਦੀ ਵੀ ਤਿਆਰ ਹੈ ਵੀ ਗੁਰੂ ਸਾਹਿਬ ਦੇ ਨਾਲ ਕਿਤੇ ਜੰਗ ਦੀ ਸੇਵਾ ਬਣ ਗਈ ਅਸੀਂ ਕਰਾਂਗੇ। ਸਾਰੀਆਂ ਫੌਜਾਂ ਤਿਆਰ ਬਰ ਤਿਆਰ ਰਹਿੰਦੀਆਂ ਨੇ। ਰਹਿਓ ਗੁਰੂ ਟਿਗ ਡੇਰਾ ਪਾਏ। ਸਾਧ ਸੰਗਤ ਜੀ, ਗੁਰੂ ਮਹਾਰਾਜ ਦੇ ਕੋਲ ਭਾਈ ਜੋਧ ਸ਼ਾਹ ਪੱਕਾ ਹੀ ਡੇਰਾ ਲਾ ਬੈਠ। ਪਿੰਡ ਜਾਣਾ ਦਾ ਖਿਆਲ ਹੀ ਭੁੱਲ ਗਿਆ। ਘਰ ਵਾਲੀ ਨੂੰ ਪਿੰਡ ਭੇਜਤਾ ਵੀ ਤੂੰ ਆਪਣੇ ਘਰ ਦਾ ਸਾਰਾ ਬੰਦੋਬਸਤ ਜ਼ਮੀਨ ਜਾਇਦਾਦ ਦਾ ਤੂੰ ਦੇਖਿਆ ਕਰ, ਮੈਂ ਤੇ ਗੁਰੂ ਸਾਹਿਬ ਦੀ ਸੇਵਾ 'ਚ ਰਹਾਂਗਾ, ਨਾਲ ਰਹਾਂਗਾ ਗੁਰੂ ਜੀ ਦੇ। ਭਾਈ ਜੋਧ ਸ਼ਾਹ ਆਪਣੀ ਫੌਜ ਸਮੇਤ ਗੁਰੂ ਸਾਹਿਬ ਦੀ ਛਾਉਣੀ ਦੇ ਨਾਲ ਨਾਲ ਰਹਿੰਦਾ ਹੈ। ਪਰਮ ਪ੍ਰੀਤ ਤੇ ਨਹਿ ਵਿਛਰਾਏ। ਇੰਨਾ ਪ੍ਰੇਮ ਹੈ ਭਾਈ ਜੋਧ ਸ਼ਾਹ ਦਾ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ, ਵਿਛੜਨ ਨੂੰ ਜੀ ਨਹੀਂ ਕਰਦਾ। ਦੋਹਰਾ ਕੇਤਕ ਦਿਵਸ ਬਤੀਤ ਪਏ। ਸਾਧ ਸੰਗਤ ਜੀ, ਕੁਝ ਦਿਨ ਇਸ ਤਰ੍ਹਾਂ ਬਤੀਤ ਹੋਏ। ਤਹਾਂ ਸਿਵਰ ਕੋ ਕਹਾਲ। ਉੱਥੇ ਕੁਝ ਸਮਾਂ ਰਹਿੰਦਿਆਂ ਡੇਰਾ ਪਾਇਆ ਹੋ ਗਿਆ। ਦੇਸ਼ ਵਿਦੇਸ਼ਨ ਸੰਗਤਾਂ ਸੁਨ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਗੁਰੂ ਸਾਹਿਬ ਕੋਲ ਰੂਪੇ ਪਿੰਡ ਆਉਣ ਲੱਗੀਆਂ। ਇਤ ਪਹੁੰਚ ਹੈ ਚਾਲ। ਜਿਹੜੀਆਂ ਸੰਗਤਾਂ ਗੁਰੂ ਦੇ ਦਰਸ਼ਨਾਂ ਦੇ ਅਭਿਲਾਸੀ ਦੂਰੋਂ ਦੂਰੋਂ ਦੇਸ਼ਾਂ ਪ੍ਰਦੇਸ਼ਾਂ ਤੋਂ, ਕੋਈ ਕਾਬਲ ਤੋਂ, ਕੋਈ ਕੰਧਾਰ ਤੋਂ, ਕੋਈ ਮਾਝੇ ਮਾਲਵੇ ਤੋਂ, ਕੋਈ ਦੂਰੋਂ, ਕੋਈ ਨੇੜਿਓਂ ਰੂਪੇ ਪਿੰਡ ਆਉਂਦੀਆਂ, ਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੀਆਂ। ਚਾਪੇ ਅਣਗਿਣਤ ਸਿੱਖਣ ਕੀ ਬਹੁ ਭੀੜ। ਅਣਗਿਣਤ ਸਿੱਖਾਂ ਦੀ ਭੀੜ ਪਈ ਰਹਿੰਦੀ, ਹਰ ਵੇਲੇ ਸਾਧ ਸੰਗਤ ਜੁੜੀ ਰਹਿੰਦੀ ਹੈ। ਇੱਕ ਪਹੁੰਚਤ ਹੈ ਪਾਏ ਬਹੀਰ। ਇੱਕ ਬਹੀਰ ਘੱਤ ਕੇ ਆਉਂਦਾ ਜਥਾ ਲੈ ਕੇ। ਇੱਕ ਵਿਸਰਜਨ ਹੋਤ ਪਿਆਨ। ਇੱਕ ਵਿਦਾ ਹੋ ਕੇ ਜਾ ਰਿਹਾ ਹੈ, ਇੱਕ ਆ ਰਿਹਾ ਹੈ। ਸੰਗਤਾਂ ਦੇ ਜਥਿਆਂ ਦੇ ਜਥੇ ਆਈ ਜਾਂਦੇ ਆ, ਜਥਿਆਂ ਦੇ ਜਥੇ ਜਾਈ ਜਾਂਦੇ ਆ। ਚਲਤ ਪੰਥ ਗੁਰ ਸੁਜਸ ਬਖਾਨਾ। ਜਾਂਦਿਆਂ ਆਉਂਦਿਆਂ ਗੁਰੂ ਦਾ ਜਸ ਕਰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਕਰਦੇ ਆ।
ਧਨ ਸਮੁਦਾਇ ਚੱਲਿਓ ਨਿਤ ਆਵੈ। ਤੇ ਮਾਇਆ ਦੇ ਗੱਫੇ ਖੁੱਲੇ ਹੀ ਚੱਲੇ ਆਉਂਦੇ ਆ। ਗੁਰੂ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸ਼ਸਤਰ ਤਰੰਗ ਅਨਕ ਅਰਪਾਵੈ। ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਸਤਰ ਗੁਰੂ ਮਹਾਰਾਜ ਨੂੰ ਭੇਟਾ ਕਰਦੇ ਆ ਸਿੱਖ। ਬਸਤਰ ਅਜਾਇਬ ਆਏ ਅਪੂਰਬ। ਔਰ ਬੜੇ ਬੜੇ ਸੋਹਣੇ ਬਸਤਰ, ਅਜਾਇਬ ਭਾਵ ਜਿਨ੍ਹਾਂ ਦੇ ਕਦੀ ਕਿਸੇ ਨੇ ਦਰਸ਼ਨ ਨਾ ਕੀਤੇ ਹੁਣ, ਇੰਨੇ ਮਹਿੰਗੇ ਕੱਪੜੇ ਸਤਿਗੁਰਾਂ ਕੋਲ ਸੰਗਤਾਂ ਪ੍ਰਦੇਸ਼ਾਂ ਚੋਂ ਲੈ ਕੇ ਆਉਂਦੀਆਂ। ਉੱਤਰ ਪੱਛਮ ਦੱਖਣ ਪੂਰਬ। ਉੱਤਰ ਦੀਆਂ ਸੰਗਤਾਂ ਆਉਂਦੀਆਂ, ਪੱਛਮ ਦੀਆਂ ਆਉਂਦੀਆਂ, ਦੱਖਣ ਦੀਆਂ ਆਉਂਦੀਆਂ, ਤੇ ਪੂਰਬ ਤੋਂ ਢਾਕੇ ਬੰਗਲਾਦੇਸ਼ ਤੱਕ ਤੋਂ ਲੋਕ ਆਉਂਦੇ। ਉੱਧਰੋਂ ਕਾਬਲ ਕੰਧਾਰ ਵੱਲੋਂ ਲੋਕ ਆਉਂਦੇ। ਕੋਈ ਕਸ਼ਮੀਰ ਤੋਂ ਆ ਰਿਹਾ ਤੇ ਕੋਈ ਦੱਖਣ ਤੋਂ ਆ ਰਿਹਾ। ਸਾਧ ਸੰਗਤ ਸੰਗਤ ਚਲ ਕਾਬਲ ਤੇ ਆਈ। ਸਾਧ ਸੰਗਤ ਜੀ ਇਹਨਾਂ ਦਿਨਾਂ ਵਿੱਚ ਹੀ ਕਾਬਲ ਤੋਂ ਸੰਗਤਾਂ ਚੱਲ ਕੇ ਦਰਸ਼ਨਾਂ ਲਈ ਆਈਆਂ ਹਨ। ਜਿਸ ਮਹਿ ਧਨੀ ਮਨੁਜ ਸਮੁਦਾਈ। ਔਰ ਬੜੇ ਧਨੀ ਪੁਰਸ਼ ਮਾਇਆਧਾਰੀ ਕਾਬਲ ਦੇ ਸਿੱਖ ਅਮੀਰ ਬੜੇ ਸਨ। ਕਾਬਲ, ਕੰਧਾਰ, ਗਜ਼ਨੀ, ਬਲਖ, ਬੁਖਾਰਾ, ਈਰਾਨ, ਇਰਾਕ 'ਚ ਸਿੱਖੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਹੋ ਗਈ। ਧੰਨ ਗੁਰੂ ਨਾਨਕ ਦੇਵ ਜੀ ਨਾਲ ਸਾਰੇ ਮੁਲਕਾਂ 'ਚ ਚਰਨ ਪਾ ਕੇ ਸਿੱਖੀ ਦਾ ਪ੍ਰਚਾਰ ਕਰ ਆਏ। ਬਾਅਦ ਵਿੱਚ ਭਾਈ ਸਾਹਿਬ ਗੁਰਦਾਸ ਜੀ ਵਰਗੇ ਮਹਾਂਪੁਰਸ਼ਾਂ ਨੇ ਵੀ ਉੱਧਰ ਜਾ ਕੇ ਪ੍ਰਚਾਰ ਕੀਤਾ। ਹੋਰ ਬੜੇ ਬੜੇ ਗੁਰਸਿੱਖ ਕਰਨੀਆਂ ਵਾਲੇ ਉੱਧਰ ਜਾਂਦੇ ਰਹੇ। ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਦੇ ਸਪੁੱਤਰ, ਉਹਨਾਂ ਨੇ ਵੀ ਉਹਨਾਂ ਇਲਾਕਿਆਂ ਵਿੱਚ ਬੜੇ ਬੜੇ ਮਹਾਨ ਸਾਧੂਆਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ। ਇਸ ਕਰਕੇ ਕਾਬਲ ਦੀਆਂ ਸੰਗਤਾਂ, ਗਜਨੀ ਦੀਆਂ ਸੰਗਤਾਂ ਜਦੋਂ ਵੀ ਆਉਂਦੀਆਂ ਬਹੁਤ ਮਾਇਆ ਤੇ ਬੜੇ ਬਸਤਰ ਤੇ ਜੰਗੀ ਸ਼ਸਤਰ ਤੇ ਘੋੜੇ ਲੈ ਕੇ ਆਉਂਦੀਆਂ ਸਨ। ਐਤਕੀ ਕਾਬਲ ਤੋਂ ਸੰਗਤ ਆਈ ਹੈ। ਤਿੰਨ ਮਹਿ ਦੋਏ ਮਸੰਦ ਬਿਲੰਦ। ਇਹਨਾਂ ਵਿੱਚੋਂ ਦੋ ਮਸੰਦ ਬੜੇ ਵੱਡੇ ਹਨ ਗੁਰੂ ਘਰ ਦੇ, ਜੋ ਕਾਬਲ ਦੀ ਸੰਗਤ ਦੇ ਮੁਖੀਏ ਹਨ। ਨਾਮ ਬਖਤਮਲ ਤਾਰਾ ਚੰਦ। ਇਹਨਾਂ ਦੇ ਨਾਮ, ਇੱਕ ਦਾ ਭਾਈ ਬਖਤਮਲ ਹੈ, ਇੱਕ ਸਿੱਖ ਦਾ ਨਾਮ ਭਾਈ ਤਾਰਾ ਚੰਦ ਹੈ। ਤਾਰਾ ਚੰਦ ਤੇ ਬਖਤਮਲ ਕਾਬਲ ਕੰਧਾਰ ਵੱਲੋਂ ਸੰਗਤਾਂ ਨੂੰ ਲੈ ਕੇ ਆਉਂਦੇ ਸਨ। ਐਤਕੀ ਵੀ ਆਏ ਹਨ। ਪ੍ਰਥਮ ਸਿਵਰ ਕਰ ਕੈ ਸ਼ੁਭਥਾਨ। ਆ ਕੇ ਰੂਪੇ ਪਿੰਡ ਮਹਾਰਾਜ ਸਾਹਿਬ ਜੀ ਨੂੰ ਮਿਲਣ ਤੋਂ ਪਹਿਲਾਂ ਉਹਨਾਂ ਨੇ ਆਪਣਾ ਡੇਰਾ ਕਿਤੇ ਬਾਇਆ, ਤੰਬੂ ਲਾਏ, ਸਿਵਰ ਕੀਤਾ, ਕੈਂਪ ਲਾਇਆ ਹੈ। ਕਰ ਪਦ ਬਦਨ ਪਖਾਰੇ ਪਾਨ। ਫਿਰ ਉਹਨਾਂ ਨੇ ਜਲ ਲੈ ਕੇ ਹੱਥ ਪੈਰ ਧੋਏ, ਇਸ਼ਨਾਨ ਕੀਤੇ ਹਨ ਖੂਹਾਂ ਤੇ ਜਾ ਕੇ। ਨਿਜ ਨਿਜ ਭੇਟ ਲੀਹੇ ਕਰਨੀ ਕੀ। ਫਿਰ ਭੇਟਾ ਲੈ ਕੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਤੁਰੇ ਹਨ। ਕਰਨ ਭਾਵਨਾ ਪੂਰਨ ਜੀ ਕੀ। ਗੁਰੂ ਮਹਾਰਾਜ ਦੇ ਦਰਸ਼ਨ ਕਰਾਂਗੇ ਤੇ ਆਪਣੇ ਮਨ ਦੀਆਂ ਭਾਵਨਾ ਪੂਰੀਆਂ ਕਰਾਂਗੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਾ ਕੇ ਵਸ ਹੈ ਕਾਮ ਤੇਨਾ। ਸਾਰੀਆਂ ਭਾਵਨਾ ਗੁਰੂ ਦੇ ਦਰਸ਼ਨਾਂ ਨਾਲ ਪੂਰੀਆਂ ਹੋ ਜਾਂਦੀਆਂ। ਐਸੇ ਵਿਸ਼ਵਾਸ ਵਾਲੇ ਸਿੱਖ ਆਏ ਹਨ। ਸਤਿਗੁਰ ਕੇ ਦਰਸ਼ਨ ਕੋ ਚਾਲੇ। ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਚੱਲ ਪਏ ਨੇ। ਭੇਟਾਵਾਂ ਆਪਣੀਆਂ ਆਪਣੀਆਂ ਚੁੱਕ ਲਈਆਂ ਨੇ। ਜਿਸ ਹਿਤ ਗਮਨੇ ਪੰਥ ਵਿਸਾਲੇ। ਜਿਹੜੇ ਕੰਮ ਲਈ ਇੰਨਾ ਲੰਮਾ ਪੈਂਡਾ ਤੈਅ ਕਰਕੇ ਆਏ ਸੀ, ਉਹ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਹੀ ਕੰਮ ਸੀਗਾ। ਹੋਰ ਤਾਂ ਕੋਈ ਇੰਨੀ ਦੂਰ ਕਾਬਲ ਤੋਂ ਕਿਉਂ ਆਉਣਾ ਹੋਇਆ, ਇੰਨੀ ਦੂਰ। ਸਾਧ ਸੰਗਤ ਜੀ ਅੱਜ ਕੱਲ੍ਹ ਵੀ ਜਾਣਾ ਹੋਵੇ ਤੇ ਗੱਡੀਆਂ ਕਾਰਾਂ 'ਚ ਬੜਾ ਟਾਈਮ ਲੱਗ ਜਾਂਦਾ। ਉਹਨਾਂ ਦਿਨਾਂ 'ਚ ਪੈਦਲ ਤੁਰਦੇ ਸੀ ਜਾਂ ਗੱਡਿਆਂ ਰੇੜਿਆਂ ਤੇ। ਕਾਬਲ ਤੋਂ ਸੰਗਤਾਂ ਚੱਲ ਕੇ ਆਈਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ। ਸ਼੍ਰੀ ਹਰਗੋਬਿੰਦ ਸਭਾ ਲਗਾਏ। ਤੇ ਇੱਧਰ ਮਹਾਰਾਜ 6ਵੇਂ ਪਾਤਸ਼ਾਹ ਦੀਵਾਨ ਸਜਾਇਆ ਹੈ। ਸੰਗਤਾਂ ਦੇ ਦੀਵਾਨ ਵਿੱਚ ਸਤਿਗੁਰੂ ਜੀ ਬੈਠੇ ਤਖਤ ਤੇ ਸੋਭਾ ਪਾ ਰਹੇ ਨੇ। ਜਨ ਉਡਗਣ ਮਹਿ ਚੰਦ ਸੁਹਾਏ। ਜਿਵੇਂ ਤਾਰਿਆਂ ਵਿੱਚ ਚੰਦਰਮਾ ਸੋਭਦਾ ਹੈ, ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇ ਰਹੇ, ਸੋਭਾ ਪਾ ਰਹੇ ਹਨ। ਸਿੱਖ ਸਰਣ ਮਹਿ ਇੰਦਰ ਸਮਾਨਾ। ਸਾਧ ਸੰਗਤ ਜੀ ਜਿਵੇਂ ਇੰਦਰ ਦੇਵਤਿਆਂ ਦੀ ਸਭਾ 'ਚ ਸੋਭਦਾ ਹੈ, ਗੁਰੂ ਸਾਹਿਬ ਆਪਣੇ ਸਿੱਖਾਂ ਰੂਪੀ ਦੇਵਤਿਆਂ ਦੀ ਸਭਾ ਵਿੱਚ ਸੋਭਾ ਪਾ ਰਹੇ ਨੇ। ਕਾ ਯਾਦਵ ਮਹਿ ਸ਼੍ਰੀ ਭਗਵਾਨਾ। ਜਾਂ ਏਦਾਂ ਸਮਝ ਲਓ ਵੀ ਯਾਦਵਾਂ ਦੀ ਸਭਾ ਵਿੱਚ ਮਹਾਰਾਜ ਕ੍ਰਿਸ਼ਨ ਜੀ ਬੈਠੇ ਸੋਭਾ ਪਾ ਰਹੇ ਹੋਣ। ਚੌਹਾਂ ਦਿਸ਼ ਕਰ ਜੋਰਤ ਨਰ ਖਰੇ। ਚਾਰੇ ਪਾਸੇ ਹੱਥ ਜੋੜ ਕੇ ਸਿੱਖ ਖੜੇ ਹਨ।
ਦਰਸ਼ਨ ਕਰ ਰਹੇ ਨੇ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਬਲਿਹਾਰ ਬਲਿਹਾਰ ਜਾ ਰਹੇ ਨੇ। ਬੰਧਨ ਹੋਤ ਦ੍ਰਿਸ਼ਟ ਜਿਤ ਕਰੈ। ਔਰ ਜਿੱਧਰ ਜਿੱਧਰ ਸੰਗਤਾਂ ਵੱਲ ਮਹਾਰਾਜ ਨਿਗਾਹ ਫੇਰਦੇ ਨਾ, ਉਧਰੋਂ ਉਧਰੋਂ ਸਿੱਖ ਨਮਸਕਾਰ ਕਰਦੇ ਐ, ਸਤਿਗੁਰਾਂ ਅੱਗੇ ਸੀਸ ਝੁਕਾਉਂਦੇ ਹਨ। ਹਿਰਦਾ ਗਿਆਨ ਘਨ ਅੰਤਰ ਜਾਮੀ। ਤੇ ਮੇਰੇ ਸਤਿਗੁਰੂ ਜਿਨ੍ਹਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਦੀ ਜੋਤ ਲਟਾ ਲਟ ਬਲ ਰਹੀ ਹੈ, ਆਪਣੇ ਆਪ ਨੂੰ ਬ੍ਰਹਮ ਰੂਪ ਕਰਕੇ ਜਾਣਨਾ ਪਰ ਮੁਖ ਤੋਂ ਦਾਸ ਕਹਿਣਾ, ਇਹ ਗੁਰੂ ਘਰ ਦੀ ਵੱਡੀ ਵਡਿਆਈ ਹੈ। ਪਰਮੇਸ਼ਰ ਰੂਪ ਹੋ ਕੇ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਿਣਾ ਨਹੀਂ। ਤਿੰਨ ਗੱਲਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੇਣ ਵੇਲੇ ਕਹੀਆਂ। ਕਹਿਣ ਲੱਗੇ, ਪੁਰਖਾ ਹਿਰਦੇ ਗਿਆਨ ਮੁਖ ਭਗਤੀ ਵਰਤਨ ਵੈਰਾਗ ਰੱਖਣੀ ਹੈ। ਹਿਰਦੇ ਵਿੱਚ ਆਤਮ ਗਿਆਨ ਜੋਤ ਦਾ ਮੈਂ ਜੋਤ ਸਰੂਪ ਹਾਂ, ਉਸ ਪਰਮੇਸ਼ਰ ਦੀ ਅੰਸ਼ ਹਾਂ, ਉਹਦਾ ਹੀ ਰੂਪ ਹਾਂ। ਮੇਰੇ 'ਚ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਹੈ, ਇੱਦਾਂ ਜਾਣਨਾ। ਪਰ ਮੂੰਹ ਤੋਂ ਕੀ ਕਹਿਣਾ, ਮੈਂ ਦਾਸ ਹਾਂ। ਮੂੰਹ ਤੋਂ ਨਹੀਂ ਕਹਿਣਾ ਮੈਂ ਪਰਮੇਸ਼ਰ ਹਾਂ। ਮੁੱਖ ਭਗਤੀ ਰੱਖਣੀ, ਵਰਤਨ ਵੈਰਾਗ ਦੀ ਰੱਖਣੀ ਕਿ ਦੁਨੀਆ ਇਹ ਸਾਰਾ ਪਸਾਰਾ ਝੂਠਾ ਹੀ ਹੈ, ਸੁਪਨੇ ਦੀ ਤਰ੍ਹਾਂ ਹੈ, ਇੱਥੋਂ ਚਲੇ ਜਾਣਾ, ਇਹ ਵਰਤਨ ਰੱਖਣੀ। ਸੋ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਿਰਦੇ 'ਚ ਬ੍ਰਹਮ ਗਿਆਨ ਦੀ ਜੋਤ ਆਤਮ ਸਰੂਪ ਦਾ ਸਾਖਸ਼ਾਤ ਹੋ ਚੁੱਕਾ ਹੈ। ਵਹਿਰ ਕ੍ਰਿਤ ਨਰਪਤ ਜਿਮ ਸੁਆਮੀ। ਬਾਹਰਲੀ ਕਿਰਿਆ ਰਾਜਿਆਂ ਮਹਾਰਾਜਿਆਂ ਵਾਲੀ ਹੈ, ਅੰਦਰੋਂ ਬ੍ਰਹਮ ਗਿਆਨੀ ਸਤਿਗੁਰੂ ਹਨ। ਅੰਦਰੋਂ ਮੁਕਤ ਲੇਪ ਕਦੇ ਨਾ ਲਾਏ, ਅੰਦਰੋਂ ਨਿਰਲੇਪ ਹੀ ਹਨ। ਬਾਹਰੋਂ ਬਾਦਸ਼ਾਹ ਵਾਲਾ ਕਲਗੀਆਂ ਲਾਈਆਂ ਹੋਈਆਂ, ਮੀਰੀ ਪੀਰੀ ਦੀਆਂ ਤੇਗਾਂ ਪਹਿਨੀਆਂ ਹੋਈਆਂ, ਬੜੇ ਬਸਤਰ ਕੀਮਤੀ, ਸ਼ਸਤਰ ਕੀਮਤੀ, ਤੇ ਜਾਹੋ ਜਲਾਲ ਰਾਜਿਆਂ ਮਹਾਰਾਜਿਆਂ ਵਾਲਾ, ਮੋਤੀਆਂ ਦੀਆਂ ਮਾਲਾ, ਹੀਰੇ ਮੋਤੀ ਗਲ 'ਚ ਪਾਏ ਹੋਏ, ਇਉਂ ਲੱਗਦਾ ਵੀ ਕੋਈ ਬਹੁਤ ਵੱਡੇ ਸਮਰਾਟ ਬਾਦਸ਼ਾਹ ਬੈਠੇ ਹਨ। ਹਾਂਜੀ, ਚਮਰ ਚਾਰ ਟੋਹਰਤ ਹੈ ਖਰੇ। ਚੌਰ ਬਰਦਾਰ ਸੋਹਣੇ ਸੁੰਦਰ ਚੌਰ ਸੀਸ ਤੇ ਕਰਦੇ ਹਨ। ਅਗਰ ਅਰਦਾਸ ਮੇਵਰੋ ਕਰੇ। ਸਾਹਮਣੇ ਮੇਵੜਾ ਖੜਾ ਅਰਦਾਸਾਂ ਕਰਦਾ ਹੈ, ਸੰਗਤਾਂ ਦੀਆਂ ਬੇਨਤੀਆਂ ਕਰਦਾ ਹੈ, ਭੇਟਾਵਾਂ ਦੀ ਅਰਦਾਸ ਕਰਦਾ ਹੈ। ਜਿਤ ਦਿਸ਼ ਕੀ ਸੰਗਤ ਲੈ ਨਾਮ। ਜਿਹੜੇ ਪਾਸੇ ਦੀ ਸੰਗਤ ਦਾ ਮੇਵੜਾ ਨਾਮ ਲੈਂਦਾ, ਸੰਗਤ ਉਹ ਹਾਜ਼ਰ ਹੋ ਜਾਂਦੀ ਹੈ। ਕਰਹਿ ਬਿਲੋਚਨ ਤਿਤ ਅਬਿਰਾਮ। ਮਹਾਰਾਜ ਉਧਰ ਆਪਣੀ ਮਿਹਰ ਦ੍ਰਿਸ਼ਟੀ ਕਰਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਜਦੋਂ ਕਾਬਲ ਦੀ ਸੰਗਤ ਵੱਲ ਨਿਗਾਹ ਕੀਤੀ ਤੇ ਕਾਬਲ ਦੀਆਂ ਸੰਗਤਾਂ ਦੇ ਦੁੱਖੜੇ ਦੂਰ ਕਰ ਦਿੱਤੇ। ਜਿੱਧਰ ਵੀ ਦੇਖਦੇ ਮਹਾਰਾਜ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਜਦੋਂ ਮਿਹਰ ਦੀ ਨਿਗਾਹ ਕਰਦੇ ਆ, ਲੱਖਾਂ ਹੀ ਖੁਸ਼ੀਆਂ ਪਾਤਸ਼ਾਹੀਆਂ ਬਖਸ਼ ਦਿੰਦੇ ਹਨ। ਇਤਨੇ ਮਹਿਦੋਂ ਨਹੁ ਚੱਲ ਆਏ। ਇਤਨੇ ਨੂੰ ਸਾਧ ਸੰਗਤ ਜੀ ਭਾਈ ਤਾਰਾ ਚੰਦ ਬਖਤਮਲ ਸੰਗਤਾਂ ਨੂੰ ਲੈ ਕੇ ਆ ਗਏ। ਜਿਨ ਕੇ ਥੂਲ ਦੇਹ ਦ੍ਰਿਸ਼ਟਾਏ। ਹਾਂ, ਕਹਿੰਦੇ ਸਰੀਰ ਵੱਡੇ ਵੱਡੇ ਸਨ, ਮਸੰਦ ਸਨ ਗੁਰੂ ਘਰ ਦੇ, ਇਸ ਕਰਕੇ ਸਾਧ ਸੰਗਤ ਜੀ ਸਰੀਰ ਵੀ ਸਥੂਲ ਭਾਰੇ ਸਨ, ਤੇ ਦੂਰੋਂ ਲੰਮੇ ਲੰਮੇ ਚੋਲੇ ਪਾਏ ਹੋਏ, ਗਲ 'ਚ ਮਾਲਾ ਪਾਈ ਹੋਈ, ਤੇ ਗੋਗੜਾਂ ਵਧੀਆਂ ਹੋਈਆਂ ਅੱਗੇ ਨੂੰ। ਤੇ ਇਸ ਤਰ੍ਹਾਂ ਭਾਈ ਤਾਰਾ ਚੰਦ ਤੇ ਬਖਤਮਲ ਝੂਮਦੇ ਆਏ ਹਨ। ਜੋਰਤ ਹਾਥਨ ਆਏ ਅਗਾਰੀ। ਤੇ ਏਦਾਂ ਹੱਥ ਜੋੜੇ ਮਹਾਰਾਜ ਦੇ ਸਾਹਮਣੇ ਆ ਗਏ। ਮਰਜ ਹਜ਼ਾਰੋਂ ਸਿੱਖ ਪਿਸ਼ਾਰੀ। ਤੇ ਪਿੱਛੇ ਹਜ਼ਾਰਾਂ ਸਿੱਖ ਸੰਗਤਾਂ ਹਨ। ਚਰਨ ਕਮਲ ਪਰ ਸਿਰ ਨਿਜ ਧਾਰੇ। ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਤੇ ਸੀਸ ਰੱਖਿਆ, ਮੱਥਾ ਟੇਕਿਆ ਹੈ। ਹਾਥਨ ਸਾਤ ਭਲੋ ਸਤ ਪਿਆਰੇ। ਤੇ ਸਤਿਗੁਰੂ ਦੇ ਪਿਆਰੇ ਪਿਆਰੇ ਚਰਨਾਂ ਨੂੰ ਭਾਈ ਤਾਰਾ ਚੰਦ ਬਖਤਮਲ ਹੱਥਾਂ ਨਾਲ ਪਲੋਸਣ ਲੱਗ ਪਏ ਹਨ। ਤਮਹੀ ਸਭ ਸੰਗਤ ਪਰ ਪਾਇਨ। ਤੇ ਇਸੇ ਤਰ੍ਹਾਂ ਸੰਗਤ ਨੇ ਵੀ ਆ ਕੇ ਚਰਨ ਪਰਸੇ ਹਨ। ਗੁਰੂ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਇਆ, ਮੱਥੇ ਨੂੰ ਲਾਇਆ, ਮੱਥਾ ਟੇਕਿਆ ਹੈ। ਆਪਣੀ ਆਪਣੀ ਅਰਪ ਉਪਾਇਨ। ਆਪਣੀਆਂ ਆਪਣੀਆਂ ਪ੍ਰੇਮ ਭੇਟਾਵਾਂ ਅਰਪਣ ਕੀਤੀਆਂ ਹਨ। ਸਫਲ ਬਿਲੋਚਨ ਕਰਤ ਨਿਹਾਰੇ। ਮਹਾਰਾਜ ਦੇ ਦਰਸ਼ਨ ਕਰਕੇ ਆਪਣੀਆਂ ਅੱਖਾਂ ਸਫਲੀਆਂ ਕਰ ਲਈਆਂ। ਸਾਧ ਸੰਗਤ ਜੀ, ਨੇਤਰੀ ਸਤਿਗੁਰੂ ਵੇਖਣਾ, ਅੱਖਾਂ ਮਿਲੀਆਂ ਗੁਰੂ ਦੇ ਦਰਸ਼ਨਾਂ ਲਈ ਹਨ।
ਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਨੇਤਰ ਸਫਲੇ ਹੋ ਗਏ। ਨਹਿ ਤ੍ਰਿਪਤਹ ਹੋਵਤ ਬਲਿਹਾਰੇ। ਤੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਅੱਖਾਂ ਰੱਜਦੀਆਂ ਹੀ ਨਹੀਂ, ਬਲਿਹਾਰ ਬਲਿਹਾਰ ਜਾਂਦੇ ਹਨ। ਧੰਨ ਧੰਨ ਚਹੁ ਦਿਸ਼ ਤੇ ਕਰੇ। ਧੰਨ ਗੁਰੂ ਸਾਹਿਬ ਛੇਵੇਂ ਪਾਤਸ਼ਾਹ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਨਾਨਕ ਦੇਵ ਜੀ। ਏਦਾਂ ਸੰਗਤਾਂ ਧੰਨ ਧੰਨ ਹੀ ਕਰ ਰਹੀਆਂ ਨੇ। ਸਤਿਗੁਰਾਂ ਦੀ ਜੈ ਜੈਕਾਰ ਹੋ ਰਹੀ ਹੈ। ਹਲਤ ਪਲਤ ਕੇ ਰਖਿਅਕ ਆਹ। ਸਤਿਗੁਰੂ ਜੀ ਸਾਡੇ ਲੋਕ ਪਰਲੋਕ ਦੇ ਰਾਖੇ ਹਨ। ਸਤਿਗੁਰ ਸੇਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣਾਉਣ ਵਾਲੇ ਸਤਿਗੁਰੂ ਹਨ। ਜੁਗਲ ਮਸੰਦਨ ਕੇ ਜੁਤ ਬੈਸੇ। ਦੋਵੇਂ ਮਸੰਦ ਤਾਰਾ ਚੰਦ ਬਖਤ ਮਲ ਆਪਣੀਆਂ ਨਾਲ ਦੀਆਂ ਸੰਗਤਾਂ ਨੂੰ ਲੈ ਕੇ ਮੱਥਾ ਟੇਕਣ ਆਏ ਤੇ ਮੱਥਾ ਟੇਕ ਕੇ ਦੀਵਾਨ ਵਿੱਚ ਸਾਰੇ ਬੈਠ ਗਏ। ਬ੍ਰਿੰਦ ਚਕੋਰ ਚੰਦ ਪਿਖ ਜੈਸੇ। ਤੇ ਸਾਰੀਆਂ ਸੰਗਤਾਂ ਗੁਰੂ ਸਾਹਿਬ ਵੱਲ ਦੇਖ ਰਹੀਆਂ, ਚਿਹਰੇ ਵੱਲ ਇਉਂ ਜਿਵੇਂ ਬਹੁਤ ਸਾਰੀਆਂ ਹਜ਼ਾਰਾਂ ਚਕੋਰਾਂ ਚੰਦਰਮਾ ਵੱਲ ਦੇਖ ਰਹੀਆਂ ਹੋਣ। ਬੂਜੀ ਸਤਿਗੁਰ ਕੁਸ਼ਲ ਬਤਾਈ। ਤੇ ਸਤਿਗੁਰਾਂ ਨੇ ਸਾਰਿਆਂ ਦਾ ਹਾਲ ਚਾਲ ਪੁੱਛਿਆ। ਸੁਣਾਓ ਭਾਈ ਤਾਰਾ ਚੰਦ, ਭਾਈ ਬਖਤ ਮਲ, ਪਰਿਵਾਰ ਦਾ ਕੀ ਹਾਲ ਹੈ? ਪਿੱਛੇ ਕਾਬਲ ਦੀਆਂ ਸਾਰੀਆਂ ਸੰਗਤਾਂ ਦੇ ਘਰਾਂ ਬਾਰਾਂ ਵਿੱਚ ਸੁੱਖ ਹੈ। ਸਭ ਨੇ ਕਿਹਾ ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਕੁਸ਼ਲ ਖੇਮ ਹੈ। ਮਨੋ ਕਾਮਨਾ ਸਭ ਨੇ ਪਾਈ। ਤੇ ਸਾਰਿਆਂ ਦੀਆਂ ਮਨੋ ਕਾਮਨਾ ਦਰਸ਼ਨ ਕਰਕੇ ਪੂਰੀਆਂ ਹੋਈਆਂ। ਸਤਿਗੁਰੂ ਜੀ ਨੇ ਸਭ ਤੇ ਕਿਰਪਾ ਕੀਤੀ। ਅੱਗੇ ਜੋ ਕਥਾ ਹੈ ਉਹ ਆਪਾਂ ਸਮੇਂ ਨਾਲ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।